विचारे। धन वाहिगुरु साहिब जी। सलोक महला तीजा। सतगुर कै भाणे जो चलै, तिस वडियाई वडी होए। हर का नाम उत्तम मन वसै, मेट न सकै कोई। कृपा करे जिस अपनी, तिस कर्म प्राप्त होए। नानक कारण करते वस है, गुरमुख बूझै कोई। महला तीजा। नानक हर नाम जिनी आराध्या, अनदिन हर लिवतार। माया बंदी खसम की, तिन अगै कमावै कार। पूरै पूरा कर छोड़िया, हुक्म सवारन हार। गुर प्रसादी जिन बुझिया, तिन पाया मोख द्वार। मनमुख हुक्म न जाननी, तिन मारे जम जंदार। गुरमुख जिनी आराध्या, तिनी तरिया भौजल संसार। सब औगण गुणी मिटाया, गुर आपे बख्शनहार। पौड़ी। हर की भगतां प्रतीत, हर सब किश जानदा। हर जीवड़ नाही कोई, जान हर धर्म विचारदा। काड़ा अंदेसा क्यों कीजै, जा नाही अधर्म मारदा। सच्चा साहिब सच निआओ, पापी नर हारदा। सालाहिबो भगतो कर जोड़, हर भगत जन तारदा। सच्चा साहिब सच निआओ, पापी नर हारदा। सालाहिबो भगतो कर जोड़, हर भगत जन तारदा। वाहिगुरु जी का खालसा, वाहिगुरु जी की फतेह। सतगुरां दी साजी निवाजी गुरु प्यारी गुरु सवारी साध संगत जीओ। सब तो पहला जिथों तक आवाज़ आ रही है, सारे ही नगर दीयां संगतां नूं बेनती है, गुरुद्वारा साहिब पहुंचण दी किरपालता करो, तां कि आपां सारे रल मिल के गुरबाणी दी विचार कर सकीए। श्री राग के अंदर धन साहिब श्री गुरु रामदास पातशाह जी की उचारण की हुई वार की अज 18वीं पौड़ी की आपां विचार करनी है। इस पौड़ी के नाल दो श्लोक ने, दोवें ही गुरु अमरदास पातशाह जी के उचारण किए हुए हैं। पौड़ी का विषय सतगुरु जी सानू समझा रहे हैं कि हे भगतो, उस परमात्मा की सिफत सलाह करो, उस परमात्मा के अगे हाथ जोड़ो, क्योंकि वो परमात्मा ही सारे भगतां नूं तारदा है। इस संसार समुद्र के विचों, विषय विकारां रूपी समुद्र के विचों परमात्मा आप बचा लैंदा है। जिहड़े परमात्मा के भगत ने, उन्हां नूं ते अकाल पुरख के उपर, परमात्मा के उपर ही निश्चय है कि वो सारा कुछ जानता है, ते उस वर्गा होर कोई पारख नहीं जिहड़ा सृष्टि दे विच सच दा, सच्चो सच दा नितारा कर सके। ते फिर सानू संसार दे विच किसी भी तरह की शंका, किसी तरह का झोरा डर जिहड़ा है वो नहीं रहना चाहिए। जदों सानू पता है कि परमात्मा निबेड़ा जिहड़ा है वो सच दे आधारित ही करेगा,
ਜਦੋਂ ਸਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਪਰਮਾਤਮਾ ਕਿਸੇ ਨਾਲ ਵੀ ਧੱਕਾ ਨਹੀਂ ਕਰੇਗਾ, ਸਾਡੇ ਕਰਮਾਂ ਦੇ ਅਨੁਸਾਰ ਸਾਡੀ ਜ਼ਿੰਦਗੀ ਦਾ ਨਿਬੇੜਾ ਹੋਵੇਗਾ। ਸਤਿਗੁਰੂ ਜੀ ਸਮਝਾ ਰਹੇ ਆ, ਪਰਮਾਤਮਾ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਇਹ ਪੱਕਾ ਵਿਸ਼ਵਾਸ ਹੁੰਦਾ ਹੈ ਅਕਾਲ ਪੁਰਖ ਦੇ ਉੱਪਰ। ਉਹ ਆਪਣਾ ਯਕੀਨ ਜਿਹੜਾ ਹੈ ਪੂਰੀ ਤਰ੍ਹਾਂ ਬਣਾ ਕੇ ਰੱਖਦੇ ਨੇ। ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ, ਹਰ ਜੀਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ। ਜਿਹੜੇ ਪਰਮਾਤਮਾ ਦੇ ਭਗਤ ਨੇ ਉਹਨਾਂ ਦੀ ਪਰਮਾਤਮਾ ਦੇ ਉੱਪਰ ਪ੍ਰਤੀਤ ਭਰੋਸਾ ਹੈ ਕਿ ਉਹ ਅਕਾਲ ਪੁਰਖ ਸਾਡੇ ਅੰਦਰ ਦੀ ਵੇਦਨਾ, ਸਾਡੇ ਅੰਦਰ ਦੀ ਆਸਾ ਮਨਸਾ ਸਾਰਾ ਕੁਝ ਜਾਣਦਾ ਹੈ। ਸਤਿਗੁਰੂ ਜੀ ਸਮਝਾ ਰਹੇ ਹੈ ਕਿ ਪਰਮਾਤਮਾ ਜਿੱਡਾ ਹੋਰ ਕੋਈ ਵੀ ਜਾਣੂ ਨਹੀਂ। ਉਹ ਅਕਾਲ ਪੁਰਖ ਹਮੇਸ਼ਾ ਹੀ ਨਿਆਂ ਧਰਮ ਵਿਚਾਰ ਦਾ ਭਾਵ ਕਿ ਧਰਮ ਦਾ ਨਿਆਂ, ਸੱਚ ਦਾ ਨਿਆਂ ਕਰਦਾ ਹੈ। ਉਸ ਦਾ ਕਾਨੂੰਨ, ਉਸ ਦਾ ਹੁਕਮ ਜਿਹੜਾ ਸਾਰਿਆਂ ਦੇ ਉੱਪਰ ਲਾਗੂ ਹੁੰਦਾ ਹੈ, ਉਹ ਧਰਮ ਦੇ ਅਧੀਨ ਹੁੰਦਾ ਹੈ, ਸੱਚ ਦੇ ਅਧੀਨ ਹੁੰਦਾ ਹੈ, ਨਿਆਂ ਦੇ ਅਧੀਨ ਹੁੰਦਾ ਹੈ। ਕਾੜਾ ਅੰਦੇਸਾ ਕਿਉਂ ਕੀਜੈ, ਜਾ ਨਾਹੀ ਅਧਰਮ ਮਾਰਦਾ। ਇੱਥੇ ਅਧਰਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ, ਭਾਵ ਕਿ ਅਧਰਮ ਦੇ ਵਿੱਚ, ਅਨਿਆਂ ਦੇ ਵਿੱਚ। ਕਾੜਾ ਦਾ ਭਾਵ ਹੈ ਝੋਰਾ, ਫਿਕਰ। ਅੰਦੇਸਾ ਦਾ ਭਾਵ ਹੈ ਡਰ। ਸਤਿਗੁਰੂ ਜੀ ਸਮਝਾ ਰਹੇ ਹੈ ਕਿ ਸਾਨੂੰ ਕਿਸ ਗੱਲ ਦਾ ਕਾੜਾ, ਕਿਸ ਗੱਲ ਦਾ ਝੋਰਾ, ਸਾਨੂੰ ਕਿਸ ਗੱਲ ਦਾ ਫਿਕਰ, ਸਾਨੂੰ ਕਿਸ ਗੱਲ ਦਾ ਡਰ। ਕਿਉਂ ਕਰੀਏ ਕਿਸੇ ਗੱਲ ਦਾ ਡਰ ਜਦੋਂ ਅਕਾਲ ਪੁਰਖ ਅਨਿਆਂ ਬੇਇਨਸਾਫੀ ਕਰਦਾ ਹੀ ਨਹੀਂ ਹੈ। ਜਾ ਨਾਹੀ ਅਧਰਮ ਮਾਰਦਾ। ਜਦੋਂ ਉਹ ਅਧਰਮ ਦੇ ਵਿੱਚ, ਅਨਿਆਂ ਦੇ ਵਿੱਚ, ਬੇਇਨਸਾਫੀ ਦੇ ਵਿੱਚ ਕਿਸੇ ਨੂੰ ਮਾਰਦਾ ਹੀ ਨਹੀਂ, ਫਿਰ ਸਾਨੂੰ ਕਾਹਦਾ ਡਰ। ਇਹ ਵਿਸ਼ਵਾਸ ਪਰਮਾਤਮਾ ਦੇ ਭਗਤਾਂ ਦਾ ਪਰਮਾਤਮਾ ਦੇ ਉੱਪਰ ਬਣਿਆ ਹੋਇਆ। ਪਹਿਲੀ ਤੁਕ ਦੇ ਵਿੱਚ ਸਤਿਗੁਰੂ ਜੀ ਨੇ ਇਹ ਸਪਸ਼ਟ ਕੀਤਾ ਹੈ। ਜਦੋਂ ਮਨੁੱਖ ਆਪਣੇ ਜੀਵਨ ਦੇ ਵਿੱਚ ਸੱਚਾ ਹੋਵੇਗਾ, ਜਦੋਂ ਕੋਈ ਮਨੁੱਖ ਆਪਣੇ ਆਪ ਦੇ ਵਿੱਚ ਪੂਰਾ ਹੋਵੇਗਾ ਤੇ ਉਸ ਨੂੰ ਸਾਹਮਣੇ ਕਿਸੇ ਦਾ ਡਰ ਨਹੀਂ ਹੈ। ਜਦੋਂ ਉਸ ਦਾ ਪਰਮਾਤਮਾ ਦੇ ਉੱਪਰ ਪੂਰਾ ਭਰੋਸਾ ਹੋਵੇਗਾ। ਸਤਿਗੁਰੂ ਜੀ ਸਮਝਾ ਰਹੇ ਹੈ ਕਿ ਅਕਾਲ ਪੁਰਖ ਦੇ ਭਗਤਾਂ ਦਾ ਇਸ ਤਰ੍ਹਾਂ ਪਰਮਾਤਮਾ ਤੇ ਭਰੋਸਾ ਹੈ ਕਿ ਅਸੀਂ ਕਿਸ ਗੱਲ ਦਾ ਫਿਕਰ ਕਰੀਏ, ਅਸੀਂ ਕਿਸ ਗੱਲ ਦਾ ਡਰ ਮਨ ਦੇ ਵਿੱਚ ਰੱਖੀਏ। ਪਰਮਾਤਮਾ ਜਿਹੜਾ ਉਹ ਕਦੇ ਬੇਇਨਸਾਫੀ ਕਰਦਾ ਹੀ ਨਹੀਂ। ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰਦਾ। ਅਕਾਲ ਪੁਰਖ ਅਟਲ ਹੈ, ਸਦਾ ਰਹਿਣ ਵਾਲਾ ਹੈ ਤੇ ਉਸ ਦਾ ਨਿਆਂ, ਉਸ ਦਾ ਇਨਸਾਫ ਵੀ ਅਟਲ ਹੈ, ਸੱਚਾ ਹੈ। ਉਹ ਆਪ ਵੀ ਸੱਚਾ ਹੈ, ਉਸ ਦਾ ਨਿਆਂ, ਉਸ ਦਾ ਹੁਕਮ, ਉਸ ਦਾ ਕਾਨੂੰਨ ਵੀ ਸੱਚਾ ਹੈ। ਤੇ ਉਸ ਕਾਨੂੰਨ ਦੇ ਵਿੱਚ ਜਿਹੜਾ ਆਪਣੇ ਸਵਾਰਥ ਦੇ ਲਈ ਉਸ ਕਾਨੂੰਨ ਦੇ ਨਾਲ ਖਿਲਵਾੜ ਕਰਦਾ ਹੈ, ਸਤਿਗੁਰੂ ਜੀ ਸਮਝਾ ਰਹੇ ਉਹ ਮਨੁੱਖ ਅਖੀਰ ਤੇ ਹਾਰਦਾ ਹੈ। ਪਾਪੀ ਨਰ ਹਾਰਦਾ। ਨਰ ਦਾ ਭਾਵ ਹੈ ਮਨੁੱਖ। ਜਿਹੜਾ ਮਨੁੱਖ ਆਪਣੀ ਬਿਰਤੀ ਦੇ ਵਿੱਚ ਪਾਪ ਲੈ ਕੇ ਚੱਲਦਾ ਹੈ, ਪਰਮਾਤਮਾ ਦੇ ਕਾਨੂੰਨ ਦੇ, ਪਰਮਾਤਮਾ ਦੇ ਹੁਕਮ ਦੇ ਅਧੀਨ ਨਾ ਹੋ ਕੇ ਤੇ ਹੁਕਮ ਅਦੁੱਲੀ ਕਰਦਾ ਹੈ, ਉਹ ਜੀਵਨ ਰੂਪੀ ਬਾਜੀ ਨੂੰ ਹਾਰ ਜਾਂਦਾ। ਉਹ ਜ਼ਿੰਦਗੀ ਦੇ ਵਿੱਚ ਹਾਰ ਹੀ ਹਾਸਲ ਕਰਦਾ ਹੈ। ਜਿਹੜੇ ਪਰਮਾਤਮਾ ਦੇ ਭਗਤ ਹੈ, ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਭਾਵ ਉਸ ਦੇ ਹੁਕਮ ਦੇ ਵਿੱਚ ਜਿਉਂਦੇ ਨੇ। ਸਤਿਗੁਰੂ ਜੀ ਸਮਝਾ ਰਹੇ ਹੈ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ, ਪਰਮਾਤਮਾ ਉਹਨਾਂ ਨੂੰ ਤਾਰ ਲੈਂਦਾ ਹੈ। ਇਹ ਇਸ ਪੌੜੀ ਦਾ ਵਿਸ਼ਾ ਹੈ ਕਿ ਅਸੀਂ ਅਕਾਲ ਪੁਰਖ ਦੇ ਅਧੀਨ ਹੋਣਾ ਹੈ। ਤੇ ਅਕਾਲ ਪੁਰਖ ਦੇ ਅਧੀਨ ਹੁੰਦਿਆਂ ਹੋਇਆਂ ਜਦੋਂ ਅਸੀਂ ਸੱਚ ਤੇ ਚੱਲਣ ਲੱਗ ਜਾਂਦੇ ਹਾਂ, ਜਦੋਂ ਸਾਡਾ ਭਰੋਸਾ ਬਣ ਜਾਂਦਾ ਹੈ ਸੱਚ ਤੇ,
उस वक्त फिर सानू किसी तरह का मन दे विच डर रखने की लोड़ नहीं, किसी तरह का फिक्र करने की लोड़ नहीं। केवल ते केवल जिहड़ी लोड़ है वो है असीं गुरु दे अनुसारी हो जाइए। जिहड़ी लोड़ है सानू वो है असीं परमात्मा दे हुक्म दे अनुसारी हो जाइए, परमात्मा दे नियम दे अनुसारी हो जाइए, परमात्मा दे गुणां दे अनुसारी हो जाइए। ते जदों असीं अनुसार परमात्मा दे हो जाने हैं उस वक्त सानू किसी तरह का फिक्र करने की लोड़ नहीं। गुरु प्यारे आपां मूल मंत्र दे विच पढ़दे हैं परमात्मा दे गुण, ते मैं कई बार सोचदा हुन्ना कि मूल मंत्र दा पहला अखर ही जे आपां अपनी जिंदगी दे विच लागू करना है ना, अपनी जिंदगी दे विच पहला अखर ही लागू करना है ते सानू पहला अखर ही फिकरां दे विच पा देवेगा। जदों असीं दुनिया दे नाल कदम मिला के चलण दी कोशिश करदे हां, जदों असीं समाज दे विच बनाए हुए जिहड़े तौर तरीके है, जिहड़े समाज दे घड़ियां होईयां गल्लां ने, समाज दीयां जिहड़ियां मानतावां ने, जदों असीं उन्हां दे नाल चलण दी कोशिश करदे हां ते उन्हां दे नाल चलदियां जदों असीं इह सोचीए कि असीं परमात्मा दे गुणां नूं अपने जीवन दे विच लागू करना है ते सानू फिकरां दे विच पै जावेगा, साडा मन फिकरां च पै जावेगा। क्योंकि एक ओंकार सानू ये समझा रहा है कि अकाल पुरख एक है ते वो सारियां दे विच इक्को जिहा वस रिहा। अरदास दे विच पढ़दे हैं ना, नानक नाम चढ़दी कला तेरे भाणे सरबत दा फल। एक ओंकार अकाल पुरख एक है ते सारियां दे विच इक्को जिहा वस रिहा। भाव साडी जिंदगी दे विचों नफरत पूरी तरह खत्म हो जाए, साडी जिंदगी दे विचों नफरत पूरी तरह खत्म हो जाए। हुण जेकर असीं अपने घर दे बारे सोचना है, जदों असीं अपने घर दे बारे सोचना है, जदों जिंदगी दे विच फैसले लैणे, जदों पूरे इतिहास नूं पढ़ांगे ते सानू इस गल दी स्पष्ट समझ पै जावेगी। वैसे तां हुण देखो गुरु नानक दे घर दे विच, गुरु नानक साहिब जी दे समय दे विच जो कुछ भाई लहणा जी ने सीख लिया, जो कुछ भाई लहणा जी ने सीख लिया, वो बाकी सारियां नूं भी उसे तरह सिखाया जाता होवेगा। हुण शब्द दी वर्खा जिहड़ी है वो ते सारियां दे उपर इक्को जी चल रही होवेगी ना उत्थे। पर कारण ये है कि जिसने गुरु दी सिੱਖਿਆ नूं अपनी जिंदगी दे विच किन्ना को कैच कीता है, किन्ना को अपने जीवन दे उपर लागू कीता है, केड़ा गुरु दे किन्ना को अनुसारी हो गया है, उसने अपनी जिंदगी दे विचों काड़ा अंदेशा किन्ना को खत्म कीता है, काड़ा अंदेशा किन्ना को खत्म कीता है। जदों लोड़ पैंदी है करतारपुर छड्डण दी ते किसी तरह का काड़ा अंदेशा नहीं है, किसी तरह का फिक्र नहीं है, कोई डर नहीं है। जे खडूर साहिब छड्डण दी गल आउंदी है तां भी किसी तरह का फिक्र नहीं है, कोई अंदेशा नहीं है। मैं जिथों विचार शुरू कीती सी कि शब्द दी वर्खा हुण सारियां दे उपर इक्को जिही हो रही। असीं पढ़दे हैं नानक नाम चढ़दी कला तेरे भाणे सरबत दा फल। असीं पढ़दे हैं एक ओंकार अकाल पुरख एक है, सारियां दे विच वस रिहा। पर गुरु प्यारिओ ख्याल करके देखो, जदों असीं कुछ प्राप्त करन दी जिंदगी 'च गल करदे हैं, जदों असीं किसी नूं अगे वधाउण दी गल करदे हैं, साडे लागे दो बच्चे होण ना, एक साडा अपना है ते एक गुआंढी दा होवे, ज्ञान साडे कोल दोवां दे लई उन्ना है असीं दे सकदे हां, पर असीं अपने बच्चे नूं अगे वधावांगे, असीं अपने बच्चे नूं अगे वधावांगे, दूसरे बारे असीं नहीं सोचांगे। हुण गुरबाणी सानूं इह गल सिखा रही है कि भाई असीं सारियां दे विच विचर के ते सारियां दे भले दे बारे सोचना है, सारियां दे भले दे बारे सोचना है। सोचना किवें है? ਇਹ ਅਸੀਂ ਇਹ ਦੇਖਣਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ। ਅਸੀਂ ਕੀ ਕਰ ਸਕਦੇ ਜਿਹੜਾ ਕਿਸੇ ਨੂੰ ਸਿਖਾ ਸਕਦਾ ਹੈ ਉਹ ਜਿੰਨਾ ਆਪਣੇ ਬੱਚੇ ਨੂੰ ਸਿਖਾਵੇ ਉਨਾ ਹੀ ਦੂਸਰੇ ਨੂੰ ਸਿਖਾਵੇ। ਜਿਹੜਾ ਕੁਝ ਸਿਖਾ ਸਕਦਾ ਹੈ ਕਿਸੇ ਨੂੰ, ਜਿਹੜਾ ਆਪਣੇ ਬੱਚੇ ਨੂੰ ਸਿਖਾਉਣ ਲੱਗੇ ਹੈ ਤੇ ਉਹ ਲਾਗੇ ਆਂਢੀਆਂ ਗੁਆਂਢੀਆਂ ਦੇ ਬੱਚਿਆਂ ਨੂੰ ਵੀ ਕਵੇ ਕਿ ਲਓ ਮੈਂ ਇਹਨੂੰ ਸਿਖਾਉਣ ਲੱਗਿਆ, ਤੁਸੀਂ ਵੀ ਸਿੱਖ ਲਓ, ਤੁਹਾਡੀ ਜ਼ਿੰਦਗੀ 'ਚ ਕੰਮ ਆ ਜਾਵੇ। ਹੁਣ ਕਿਸੇ ਦੀ ਮਦਦ ਕਰਨ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਅਸੀਂ ਮਿਹਨਤ ਕਰੀ ਜਾਈਏ
ਤੇ ਗੁਆਂਢੀ ਵਿਹਲਾ ਬੈਠਾ ਹੈ ਤੇ ਉਸ ਨੂੰ ਅਸੀਂ ਆਪਣੀ ਕਮਾਈ ਦੇ ਖਵਾਈ ਜਾਈਏ, ਇਦਾਂ ਥੋੜੀ ਮਦਦ ਕਰਨੀ ਹੈ। ਕਿਤੇ ਮਦਦ ਕਰਨ ਦਾ ਭਾਵ ਇਹੀ ਹੈ ਕਿ ਅਸੀਂ ਉਸ ਨੂੰ ਪੈਰਾਂ ਦੇ ਉੱਪਰ ਖੜਿਆ ਕਰ ਦਈਏ, ਅਸੀਂ ਉਸ ਨੂੰ ਇੰਨੀ ਜੋਗਾ ਬਣਾ ਦਈਏ ਕਿ ਉਹ ਆਪ ਵੀ ਰੋਟੀ ਕਮਾਉਣ ਦੇ ਯੋਗ ਹੋ ਜਾਵੇ। ਜੇ ਤੇ ਕਿਸੇ ਦੇ ਹੱਥ ਪੈਰ ਕੱਟੇ ਹੈ, ਜੇ ਕੋਈ ਕੰਮ ਕਰਨ ਦੇ ਯੋਗ ਨਹੀਂ ਹੈ, ਬਹੁਤਾ ਬਜ਼ੁਰਗ ਹੈ, ਫਿਰ ਤੇ ਉਸ ਦੀ ਦੂਸਰੇ ਆਪਣੀ ਕਮਾਈ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਕਿ ਭਾਈ ਅਸੀਂ ਦਸਵੰਧ ਆਪਣੀ ਕਮਾਈ ਦੇ ਵਿੱਚੋਂ ਕੱਢਣਾ ਹੈ ਤੇ ਲੋੜਵੰਦਾਂ ਦੀ ਮਦਦ ਕਰਨੀ ਹੈ। ਹੁਣ ਜਿਹੜਾ ਕੰਮ ਕਰਨ ਦੇ ਯੋਗ ਨਹੀਂ ਹੈ, ਉਸ ਦੀ ਤੇ ਸਾਨੂੰ ਇਸ ਤਰੀਕੇ ਨਾਲ ਮਦਦ ਕਰਨੀ ਪਵੇਗੀ, ਕਰਨੀ ਚਾਹੀਦੀ ਹੈ। ਤੇ ਜਿਹੜਾ ਕੰਮ ਕਰਨ ਦੇ ਯੋਗ ਹੈ, ਜਿਹੜਾ ਕਿਸੇ ਗੱਲ ਨੂੰ ਸਿੱਖਣ ਸਮਝਣ ਦੇ ਯੋਗ ਹੈ, ਤੇ ਸਾਡੇ ਕੋਲ ਉਹ ਗੁਣ ਹੈ, ਅਸੀਂ ਉਸ ਨੂੰ ਸਿਖਾ ਸਕਦੇ ਹੋਈਏ, ਤੇ ਉੱਥੇ ਅਸੀਂ ਇੱਕ ਓੰਕਾਰ ਜੀਵਨ ਦੇ ਵਿੱਚ ਉਦੋਂ ਹੀ ਵਸਾਇਆ ਜਦੋਂ ਅਸੀਂ ਜਿੰਨਾ ਆਪਣੇ ਬੱਚੇ ਬਾਰੇ ਸੋਚ ਰਹੇ ਹਾਂ ਉਨਾ ਹੀ ਆਪਣੇ ਗੁਆਂਢੀ ਦੇ ਬੱਚੇ ਬਾਰੇ ਸੋਚ ਰਹੇ ਹੋ। ਜਿੰਨਾ ਆਪਣੇ ਬਾਰੇ, ਆਪਣੇ ਘਰ ਬਾਰੇ ਸੋਚ ਰਹੇ ਹਾਂ, ਉਨਾ ਅਸੀਂ ਗੁਆਂਢੀ ਦੇ ਬਾਰੇ ਵੀ ਸੋਚ ਰਹੇ ਹੋ। ਮੈਂ ਕਿਸੇ ਵਿਚਾਰਵਾਨ ਦੀ ਵਿਚਾਰ ਸੁਣਦਾ ਪਿਆ ਸੀ, ਕਹਿੰਦਾ ਸਾਡਾ ਯੋਰ ਨਾ ਇੱਕ ਹੀ ਬੱਸ ਦੇ ਵਿੱਚ ਬੈਠ ਕੇ ਤੇ ਆਪਣੀ ਆਪਣੀ ਸੀਟ ਤੇ ਲੱਗਾ ਹੋਇਆ। ਸਾਡਾ ਯੋਰ ਇੱਕ ਹੀ ਬੱਸ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਇੱਕ ਹੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹਾਂ, ਪਰ ਸਾਡਾ ਯੋਰ ਆਪਣੀ ਆਪਣੀ ਸੀਟ ਤੇ ਲੱਗਾ ਹੋਇਆ ਹੈ। ਤੇ ਬੱਸ ਅੱਗੇ ਥੋੜੀ ਜਾਏਗੀ, ਜਦੋਂ ਬੱਸ ਅੱਗੇ ਜਾਏਗੀ ਸੀਟ ਦੇ ਤੇ ਅੱਗੇ ਉਦੋਂ ਹੀ ਜਾਣਾ, ਕੱਲੀ ਸੀਟ ਥੋੜੀ ਅੱਗੇ ਚਲੇ ਜਾਏਗੀ। ਤੇ ਕੱਲੀ ਸੀਟ ਤੇ ਯੋਰ ਲਾਉਣ ਦੇ ਨਾਲ ਸੀਟ ਨੇ ਅੱਗੇ ਨਹੀਂ ਜਾਣਾ, ਬੱਸ ਨੇ ਅੱਗੇ ਨਹੀਂ ਜਾਣਾ। ਜੇਕਰ ਬੱਸ ਨੂੰ ਅੱਗੇ ਲਿਆਂਦਾ, ਹੁਣ ਬਾਹਰਲੇ ਦੇਸ਼ਾਂ ਵਾਲੇ ਤਰੱਕੀ ਕਿਉਂ ਕਰ ਰਹੇ? ਉਹ ਲੋਕ ਇਹ ਸੋਚਦੇ ਆ ਕਿ ਸਾਡਾ ਸਮਾਜ ਜਿਹੜਾ ਹੈ ਉਹ ਅੱਗੇ ਜਾਵੇ, ਸਰਬੱਤ ਦਾ ਭਲਾ, ਸਾਡਾ ਸਮਾਜ ਅੱਗੇ ਜਾਵੇ, ਸਾਡਾ ਸਮਾਜ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਬਣ ਜਾਵੇ। ਉਹ ਇਸ ਗੱਲ ਤੇ ਜ਼ੋਰ ਲਾ ਰਹੇ। ਹੁਣ ਕਿਉਂਕਿ ਦੇਖੋ, ਜੇ ਸਾਡਾ ਘਰ ਪੂਰੇ ਪਿੰਡ ਦੇ ਵਿੱਚ ਮੰਨਿਆ ਪ੍ਰਮੰਨਿਆ ਬਣੇਗਾ ਤੇ ਉਸ ਘਰ ਦੇ ਸਾਰੇ ਮੈਂਬਰ ਮੰਨੇ ਪ੍ਰਮੰਨੇ ਆਪੇ ਬਣ ਜਾਣਗੇ। ਜਿਸ ਪਿੰਡ ਨੂੰ ਪੰਜਾਬ ਦੇ ਵਿੱਚ ਸਲਾਮਾਂ ਹੁੰਦੀਆਂ ਹੋਣਗੀਆਂ, ਜਿਹੜੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਚੰਗਾ ਗੁਣ, ਕੋਈ ਇਹੋ ਜਿਹਾ ਚੰਗਾ ਕੰਮ ਕੀਤਾ ਜਾਂਦਾ ਹੋਵੇ, ਲੋਕ ਸਿਫਤ ਸਲਾਹਾਂ ਕਰਦੇ ਹੋਣ, ਤੇ ਉਸ ਪਿੰਡ ਦੇ ਹਰ ਇੱਕ ਮੈਂਬਰ, ਉਸ ਪਿੰਡ ਦੇ ਰਹਿਣ ਵਾਲੇ ਹਰ ਇੱਕ ਇਨਸਾਨ ਦੀ ਸਿਫਤ ਸਲਾਹ ਹੋਵੇ। ਜਦੋਂ ਇੱਕ ਦੇਸ਼ ਅੱਗੇ ਜਾਂਦਾ ਹੈ ਤੇ ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਸਾਰੇ ਲੋਕ ਆਪਣੇ ਆਪ ਹੀ ਅੱਗੇ, ਆਪਣੇ ਆਪ ਉਹਨਾਂ ਦੀ ਤਰੱਕੀ ਹੋ ਜਾਂਦੀ ਹੈ। ਜੇ ਤੇ ਅਸੀਂ ਆਪਣੇ ਸਮਾਜ ਦੇ ਬਾਰੇ ਸੋਚੀਏ ਤੇ ਫਿਰ ਅਸੀਂ ਇਹ ਗੱਲ ਮੰਨ ਸਕਦੇ ਹਾਂ ਕਿ ਅਸੀਂ ਇੱਕ ਓੰਕਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਲਿਆ। ਇੱਕ ਓੰਕਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਲਿਆ। ਸਾਡੀ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ, ਕਿਸੇ ਦੇ ਨਾਲ ਕੋਈ ਵੈਰ ਨਹੀਂ, ਕਿਸੇ ਦੇ ਨਾਲ ਕੋਈ ਲੜਾਈ ਨਹੀਂ ਹੈ। ਹੁਣ ਗੁਰੂ ਪਿਆਰਿਓ, ਗੁਰ ਇਤਿਹਾਸ ਨੂੰ ਜਦੋਂ ਆਪਾਂ ਪੜਾਂਗੇ, ਜਦੋਂ ਵੀ ਵਿਚਾਰਾਂਗੇ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਿੰਨੀ ਕੁ ਮੈਨੂੰ ਸਮਝ ਹੈ, ਪਹਿਲੀ ਵਾਰ ਜਦੋਂ ਜੰਗਾਂ ਹੁੰਦੀਆਂ ਬਾਦਸ਼ਾਹਾਂ ਦੇ ਨਾਲ, ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਵਿੱਚ ਹੁੰਦੀਆਂ ਨੇ, ਤੇ ਚਾਰੇ ਜੰਗਾਂ ਦੇ ਵਿੱਚ ਅਗਲੇ ਚੜ ਕੇ ਆ ਰਹੇ ਆ। ਭਾਵ ਵੈਰ ਨਹੀਂ ਕਿਸੇ ਦੇ ਨਾਲ, ਵੈਰ ਕਿਸੇ ਦੇ ਨਾਲ ਨਹੀਂ ਸੀ। ਪਰ ਜਦੋਂ ਕੁੱਤਾ ਹਲਕ ਜਾਵੇ, ਫਿਰ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਕਿ ਹਲਕੇ ਕੁੱਤੇ ਨੂੰ ਤੇ ਫਿਰ ਗੋਲੀ ਮਾਰੀ ਜਾਂਦੀ। ਜਦੋਂ ਅਗਲਾ ਬਿਨਾਂ ਗੱਲ ਸੁਣੇ, ਬਿਨਾਂ ਗੱਲ ਸੋਚੇ, ਬਿਨਾਂ ਕੁਝ ਸਮਝੇ ਮਾਰਨ ਦੇ ਲਈ ਆ ਹੀ ਗਿਆ, ਤੇ ਉਸ ਵਕਤ ਤੇ ਹੈ ਹੀ ਤਾਨਾਸ਼ਾਹੀ ਹੈ। ਉੱਥੇ ਤੇ ਜਿਸ ਦਾ ਡੰਡਾ ਹੈ ਉਸ ਦਾ ਜ਼ੋਰ ਹੈ, ਜਿਸ ਦੇ ਹੱਥ ਦੇ ਵਿੱਚ ਡੰਡਾ ਹੈ ਉਸੇ ਦਾ ਉਸ ਵਕਤ ਝੰਡਾ ਹੈ। ਉਸ ਵਕਤ ਤੇ ਚੱਲਦੀ ਤਾਨਾਸ਼ਾਹੀ। ਉੱਥੇ ਵੀ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ, ਜੀਵਨ ਕਾਲ ਦੇ ਦੌਰਾਨ ਨਿਰਵੈਰ ਹੋ ਕੇ, ਨਿਰਪੱਖ ਹੋ ਕੇ ਤੇ ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਪੈਂਦੇ ਖਾਂ ਬਾਗੀ ਹੁੰਦਾ ਹੈ, ਪੈਂਦੇ ਖਾਂ ਗੁਰੂ ਘਰ ਤੋਂ ਬਾਗੀ ਹੁੰਦਾ ਹੈ ਤੇ ਦੁਸ਼ਮਣ ਦੇ ਨਾਲ ਰਲਦਾ ਹੈ, ਤੇ ਉਸ ਨੂੰ ਇੱਕ ਵਾਰ ਜ਼ਰੂਰ ਸਮਝਣ ਦਾ, ਸਿੱਖਣ ਦਾ ਮੌਕਾ ਦਿੱਤਾ ਜਾਂਦਾ, ਉਸ ਨੂੰ ਮੌਕਾ ਦਿੱਤਾ ਜਾਂਦਾ ਹੈ। ਪਰ ਉਹ ਹੰਕਾਰ ਦੇ ਵਿੱਚ ਆਇਆ ਹੋਇਆ, ਜਦੋਂ ਗੁਰੂ ਘਰ ਦੀ ਸ਼ਾਨ ਦੇ ਪ੍ਰਤੀ ਗੱਲਾਂ ਬੋਲ ਕੇ ਜਾਂਦਾ ਹੈ, ਹੰਕਾਰ ਦੇ ਵਿੱਚ ਭਰਿਆ ਹੋਇਆ ਫੌਜ ਲੈ ਕੇ ਚੜ ਕੇ ਆ ਜਾਂਦਾ ਹੈ, ਤੇ ਭਾਈ ਉਸ ਵਕਤ ਜਿਸ ਤਰ੍ਹਾਂ ਦਾ ਕੋਈ ਕਰਮ ਕਰ ਰਿਹਾ ਉਸ ਨੂੰ ਉਸ ਦਾ ਫਲ ਮਿਲ ਰਿਹਾ, ਉਸ ਵਕਤ ਉਸ ਨੂੰ ਉਸ ਦਾ ਫਲ ਮਿਲ ਰਿਹਾ। ਜੇਕਰ ਆਪਾਂ ਗੁਰ ਇਤਿਹਾਸ ਦੀਆਂ ਲੜਾਈਆਂ ਦੇ ਬਾਰੇ ਵੀ ਧਿਆਨ ਨਾਲ ਦੇਖਾਂਗੇ ਨਾ, ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਤਾਨਾਸ਼ਾਹੀ ਵਾਲੇ ਸਿਸਟਮ ਦੇ ਵਿੱਚ ਵੀ
ਵਿਚਾਰ ਨੂੰ ਪਹਿਲਾਂ ਅੱਗੇ ਰੱਖੋ। ਉਸ ਵਕਤ ਵੀ ਵਿਚਾਰ ਨੂੰ ਪਹਿਲਾਂ ਅੱਗੇ ਰੱਖਿਆ ਜਾਂਦਾ ਹੈ, ਤਕਰਾਰ ਜਿਹੜਾ ਉਹ ਬਾਅਦ ਵਿੱਚ ਅੱਗੇ ਹੁੰਦਾ ਹੈ। ਤਕਰਾਰ ਬਾਅਦ ਵਿੱਚ, ਲੜਾਈ ਬਾਅਦ ਵਿੱਚ ਹੁੰਦੀ ਹੈ, ਪਹਿਲਾਂ ਵਿਚਾਰ ਅੱਗੇ ਹੁੰਦੀ। ਸਾਡੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਨਫ਼ਰਤ ਨਹੀਂ ਹੋਣੀ ਚਾਹੀਦੀ। ਤਾਂ ਅਸੀਂ ਪਰਮਾਤਮਾ ਦੇ ਜਿਹੜਾ ਪਹਿਲਾ ਗੁਣ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਔਰ ਹਰੇਕ ਬਾਣੀ ਦੇ ਆਰੰਭ ਦੇ ਵਿੱਚ ਪੜ੍ਹਦੇ ਹਾਂ, ਇੱਕ ਓੰਕਾਰ, ਉਸ ਗੁਣ ਨੂੰ ਅਸੀਂ ਤਾਂ ਹੀ ਆਪਣੇ ਜੀਵਨ ਦੇ ਵਿੱਚ ਵਸਾ ਸਕਦੇ ਹਾਂ, ਲਾਗੂ ਕਰ ਸਕਦੇ ਹਾਂ। ਸਤਿਗੁਰੂ ਜੀ ਅੱਜ 18ਵੀਂ ਪੌੜੀ ਦੇ ਵਿੱਚ ਸਾਨੂੰ ਸਮਝਾ ਰਹੇ ਹੈ ਕਿ हे ਭਗਤ ਜਨੋ, हे ਪਰਮਾਤਮਾ ਦੇ ਭਗਤੋ, ਤੁਸੀਂ ਪਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਹ ਕਰੋ। ਤੇ ਜਦੋਂ ਪਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਹ ਕਰਦੇ ਹੋ, ਉਸ ਵਕਤ ਤੁਹਾਨੂੰ ਪਰਮਾਤਮਾ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਜੇ ਅਕਾਲ ਪੁਰਖ ਨੇ ਕਾਨੂੰਨ ਬਣਾਇਆ ਹੈ ਤੇ ਮੈਂ ਉਸ ਕਾਨੂੰਨ ਦੇ ਅਧੀਨ ਹਾਂ, ਤੇ ਪਰਮਾਤਮਾ ਆਪ ਹਰ ਵਕਤ ਮੇਰੇ ਨਾਲ ਹੈ, ਹਰ ਵਕਤ ਮੇਰੇ ਨਾਲ ਹੈ। ਹੁਣ ਕਿਸੇ ਸ਼ਕਲ ਦੇ ਰੂਪ ਦੇ ਵਿੱਚ ਪਰਮਾਤਮਾ ਨੇ ਸਾਡੇ ਸਾਹਮਣੇ ਤੇ ਆ ਕੇ ਖੜਨਾ ਨਹੀਂ, ਸਾਡੇ ਨਾਲ ਕਿਵੇਂ? ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ, ਜਦੋਂ ਰੱਬ ਨੂੰ ਪ੍ਰਾਪਤ ਕਰਨ ਦੀ ਗੱਲ ਆਉਂਦੀ ਹੈ, ਕਿਸੇ ਸਮੇਂ ਮੈਂ ਵੀ ਸੋਚਦਾ ਹੁੰਦਾ ਸੀ ਕਿ ਰੱਬ, ਜਦੋਂ ਵੀ ਰੱਬ ਨੂੰ ਪ੍ਰਾਪਤ ਕਰਨ ਦੀ, ਰੱਬ ਨੂੰ ਮਿਲਣ ਦੀ ਗੱਲ ਆਉਂਦੀ ਹੈ ਤੇ ਆਪਾਂ ਕਈ ਵਾਰ ਕਲਪਨਾ ਕਰਦੇ ਹਾਂ, ਕਈ ਵਾਰ ਕਲਪਨਾ ਕਰਦੇ ਹਾਂ ਰੱਬ ਇਸ ਤਰ੍ਹਾਂ ਦਾ ਹੋਵੇਗਾ, ਇਸ ਤਰ੍ਹਾਂ ਦੀ ਉਹਦੀ ਸ਼ਕਲ ਹੋਵੇਗੀ, ਮੇਰੇ ਸਾਹਮਣੇ ਆਵੇਗਾ, ਏਦਾਂ ਦਾ ਕੋਈ, ਏਦਾਂ ਦੀ ਕੋਈ ਸ਼ਕਤੀ ਜਿਹੀ ਨਿਕਲੇਗੀ, ਕੋਈ ਬਿਜਲੀ ਜਿਹੀ ਨਿਕਲੇਗੀ, ਕੋਈ ਚਾਨਣ ਜਿਹਾ ਹੋ ਜਾਵੇਗਾ, ਕੋਈ ਰੋਸ਼ਨੀ ਜਿਹੀ। ਭਾਵ ਕਿ ਜਿਸ ਤਰ੍ਹਾਂ ਦੀ ਸਾਡੀ ਸੋਚ ਹੁੰਦੀ ਹੈ ਰੱਬ ਦੇ ਪ੍ਰਤੀ, ਅਸੀਂ ਆਪਣੀ ਕਲਪਨਾ ਕਰਕੇ ਆਪਣੀ ਇੱਕ ਮਨੌਤ ਘੜਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਮਨੌਤ ਘੜਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਤਰ੍ਹਾਂ ਹੁੰਦਾ ਤੇ ਕੁਝ ਵੀ ਨਹੀਂ ਹੁੰਦਾ, ਇਸ ਤਰ੍ਹਾਂ ਕੁਝ ਵੀ ਨਹੀਂ। ਫਿਰ ਪਰਮਾਤਮਾ ਸਾਡੇ ਨਾਲ ਕਿਵੇਂ ਹੈ? ਪਰਮਾਤਮਾ ਸਾਡੇ ਹਾਜ਼ਰ ਨਾਜ਼ਰ ਕਿਸ ਤਰ੍ਹਾਂ ਹੈ? ਹੁਣ ਗੁਰੂ ਪਿਆਰਿਓ, ਜਿੱਥੋਂ ਆਪਣੀ ਵਿਚਾਰ ਸ਼ੁਰੂ ਹੋ ਰਹੀ ਹੈ ਕਿ ਜੇ ਅਸੀਂ ਪਰਮਾਤਮਾ ਦੇ ਅਧੀਨ ਆ, ਪਰਮਾਤਮਾ ਦੇ ਹੁਕਮ ਦੇ ਵਿੱਚ ਆ, ਉਸ ਦੇ ਗੁਣਾਂ ਨੂੰ ਧਾਰਨ ਕਰਦੇ ਹਾਂ ਤੇ ਪਰਮਾਤਮਾ ਸਾਡੇ ਨਾਲ ਕਿਵੇਂ ਹੈ? ਹੁਣ ਸੋਚ ਕੇ ਦੇਖੀਏ ਕਿ ਅਸੀਂ ਕਿਸੇ ਦੇਸ਼ ਦੇ ਵਿੱਚ ਜਾਂਦੇ ਹਾਂ, ਬਾਹਰਲੇ ਦੇਸ਼ਾਂ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਜਾਂਦੇ ਹਨ। ਇੱਕ ਉਹ ਹੈ ਜਿਹੜੇ ਪੜ੍ਹਾਈ ਦੇ ਬੇਸ ਤੇ ਵੀਜ਼ਾ ਲਵਾ ਕੇ ਜਾਂਦੇ ਆ, ਕੋਈ ਕੰਮ ਕਾਜ ਦੇ ਬੇਸ ਤੇ ਵੀਜ਼ਾ ਲਵਾ ਕੇ ਜਾਂਦੇ ਆ, ਕੋਈ ਏਜੰਟਾਂ ਨੂੰ ਪੈਸੇ ਦੇ ਕੇ 2 ਨੰਬਰ ਦੇ ਵਿੱਚ ਜਾਂਦੇ ਆ। ਹੁਣ 3 ਤਰ੍ਹਾਂ ਦੇ ਲੋਕਾਂ ਦੀ ਆਪਾਂ ਗੱਲ ਕੀਤੀ। ਪਹਿਲੇ ਜਿਹੜੇ ਉਹ ਨੇ ਕਾਗਜ਼ ਪੱਤਰ ਪੂਰੇ ਹੈ, ਵੀਜ਼ਾ ਲਵਾ ਕੇ ਜਾ ਰਹੇ ਆ, ਤੇ ਸਰਕਾਰ ਦੇ ਜਿਹੜੇ ਦੂਸਰੇ ਵੀਜ਼ਾ ਲਵਾ ਕੇ ਆਏ ਹੋਇਆਂ ਦੇ ਪ੍ਰਤੀ ਕਾਨੂੰਨ ਹੈ, ਉਹਨਾਂ ਕਾਨੂੰਨਾਂ ਨੂੰ ਪੂਰਾ ਕਰ ਰਹੇ ਆ, ਸਰਕਾਰ ਉਹਨਾਂ ਦੇ ਨਾਲ ਹੈ। ਉਹ ਦੇਸ਼ ਦਾ ਕਾਨੂੰਨ ਜਿਹੜਾ ਹੈ, ਜਿਹੜੇ ਕਾਨੂੰਨ ਨੂੰ ਫੋਲੋ ਕਰ ਰਹੇ ਆ, ਉਹ ਕਾਨੂੰਨ ਉਹਨਾਂ ਦੇ ਨਾਲ ਹੈ। ਹੁਣ ਕਿਤੇ ਰਾਸ਼ਟਰਪਤੀ ਥੋੜੀ ਉਹਨਾਂ ਦੇ ਸਾਹਮਣੇ ਆ ਕੇ ਖੜ ਜਾਂਦਾ ਹੈ ਕਿ ਤੁਸੀਂ ਕਾਨੂੰਨ ਪੂਰਾ ਕਰ ਰਹੇ ਜੇ, ਤੁਸੀਂ ਜਿਹੜੇ ਦੇਸ਼ ਦੇ ਅੰਦਰ ਅਸੀਂ ਹੁਕਮ, ਜਿਹੜੇ ਗੁਣ ਅਸੀਂ ਪੈਦਾ ਕੀਤੇ ਆ, ਜਿਹੜੇ ਇਸ ਦੇਸ਼ ਦੇ ਵਿੱਚ ਵੱਖਰੇ ਵੱਖਰੇ ਵਧੀਆ ਗੁਣ ਅਸੀਂ ਪੈਦਾ ਕੀਤੇ, ਤੁਸੀਂ ਉਹਨਾਂ ਨੂੰ ਧਾਰਨ ਕਰ ਲਿਆ ਤੇ ਹੁਣ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਚੱਲਣਾ। ਇਸ ਤਰ੍ਹਾਂ ਤੇ ਹੁੰਦਾ ਨਹੀਂ। ਹਾਲਾਂਕਿ ਰਾਸ਼ਟਰਪਤੀ ਇੱਕ ਸਰੀਰ ਰੂਪ ਹੈ, ਉਹ ਸਾਹਮਣੇ ਨਹੀਂ ਆਉਂਦਾ, ਉਹ ਨਾਲ ਨਹੀਂ ਆਉਂਦਾ, ਪਰ ਉਸ ਦੀ ਤਾਕਤ ਜਿਹੜੀ ਹੈ, ਉਹ ਜਿਹੜਾ ਬੰਦੇ ਦਾ ਬਣਦਾ ਹੱਕ ਹੈ ਉਹਨੂੰ ਦੇ ਰਹੀ ਹੈ, ਬੰਦੇ ਦਾ ਬਣਦਾ ਹੱਕ ਉਸ ਨੂੰ ਦੇ ਰਹੀ ਹੈ। ਪਰ ਜਿਹੜਾ 2 ਨੰਬਰ ਦੇ ਵਿੱਚ ਜਾਂਦਾ ਹੈ, ਉਸ ਨੂੰ ਤੇ ਆਪ ਸਗੋਂ ਉੱਥੋਂ ਦੇ ਰਾਸ਼ਟਰਪਤੀ ਤੋਂ, ਉੱਥੋਂ ਦੇ ਕਾਨੂੰਨ ਤੋਂ ਲੁਕ ਕੇ ਰਹਿਣਾ ਪੈਂਦਾ, ਉਸ ਨੂੰ ਆਪ ਲੁਕ ਕੇ ਰਹਿਣਾ ਪੈਂਦਾ। ਹੁਣ ਜਿਹੜਾ ਰੱਬ ਦੇ ਕਾਨੂੰਨ ਦੇ ਅਧੀਨ ਹੈ, ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਹੈ, ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ, ਜਿਸ ਦੇ ਜੀਵਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜਗ੍ਹਾ ਸਤ ਗੁਣ ਆ ਜਾਂਦੇ, ਦਇਆ ਆ ਜਾਂਦੀ ਹੈ, ਸੰਤੋਖ ਆ ਜਾਂਦਾ ਹੈ, ਸੱਚ ਜਿਸ ਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ, ਕਰਮ ਕਿਰਤ ਕਰਨ ਦੀ ਹਿੰਮਤ ਆ ਜਾਂਦੀ ਹੈ, ਹੌਸਲਾ ਤੇ ਚੜ੍ਹਦੀ ਕਲਾ ਵਾਲਾ ਜਜ਼ਬਾ ਆ ਜਾਂਦਾ ਹੈ, ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਨ ਦੀ ਹਿੰਮਤ ਆ ਜਾਂਦੀ ਹੈ, ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ। ਪਰਮਾਤਮਾ ਸਦਾ ਉਸ ਦੇ ਨਾਲ ਹੈ, ਕਿਉਂਕਿ ਉਸਨੇ ਕਾਨੂੰਨ ਨੂੰ ਫੋਲੋ ਕੀਤਾ ਹੈ, ਉਸਨੇ ਹੁਕਮ ਨੂੰ ਲਾਗੂ ਕਰ ਲਿਆ ਆਪਣੇ ਆਪ ਤੇ। ਸਤਿਗੁਰੂ ਜੀ ਸਮਝਾ ਰਹੇ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲੈਂਦੇ ਹਾਂ, ਧਾਰਨ ਕਰ ਲੈਂਦੇ ਹਾਂ, ਫਿਰ ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਫਿਰ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੋਵੇਗਾ, ਸਾਡੀ ਜ਼ਿੰਦਗੀ ਦਾ ਨਤੀਜਾ ਕੀ ਹੋਵੇਗਾ, ਕਿਉਂਕਿ ਜਿਹੜੇ ਮਨੁੱਖ ਚੰਗੇ ਹੈ ਉਹਨਾਂ ਦਾ ਨਤੀਜਾ ਮਾੜਾ ਨਹੀਂ ਹੋ ਸਕਦਾ।
ਜਿਹੜੇ ਮਨੁੱਖ ਚੰਗੇ, ਜਿਹੜੇ ਸੱਚ ਤੇ ਚੱਲਦੇ ਆ, ਜਿਹੜੇ ਸੱਚ ਨੂੰ ਅਪਣਾ ਲੈਂਦੇ ਆ, ਉਹਨਾਂ ਦੀ ਜ਼ਿੰਦਗੀ ਦਾ ਰਿਜ਼ਲਟ ਮਾੜਾ ਨਹੀਂ ਹੋ ਸਕਦਾ। ਹੁਣ ਸੱਚ ਤੇ ਚੱਲਣ ਵਾਲਿਆਂ ਦੀ ਜਦੋਂ ਗੱਲ ਆਵੇਗੀ, ਉਦੋਂ ਕਈ ਵਾਰ ਅਸੀਂ ਆਪਣੇ ਆਪ ਦੇ ਵਿੱਚ ਸੱਚਦੇ ਹਾਂ, ਆਪਣੇ ਆਪ ਦੇ ਵਿੱਚ ਸੱਚਦੇ ਹਾਂ, ਪਰ ਅਸੀਂ ਪੂਰੀ ਤਰ੍ਹਾਂ ਸੱਚਦੇ ਹਾਂ ਕਿ ਨਹੀਂ, ਇਹ ਫੈਸਲਾ ਗੁਰਬਾਣੀ ਨਹੀਂ ਕਰਦੀ। ਇਹ ਫੈਸਲਾ ਗੁਰੂ ਨੇ ਕਰਨਾ ਹੈ ਕਿ ਤੂੰ ਕਿੰਨਾ ਕੁ ਸੱਚਦੇ ਹੈ, ਤੂੰ ਕਿੰਨਾ ਕੁ ਸਹੀ ਹੈ। ਆਪਣੇ ਆਪ ਦੇ ਵਿੱਚ ਤੇ ਹਰ ਕੋਈ ਸਹੀ ਹੈ, ਆਪਣੇ ਆਪ ਦੇ ਵਿੱਚ ਹਰ ਕੋਈ ਸਹੀ ਹੈ, ਤੇ ਹਰ ਕਿਸੇ ਦੀ ਨਿਗਾਹ ਦੇ ਵਿੱਚ ਦੂਸਰਾ ਬੰਦਾ ਜਿਹੜਾ ਉਹ ਗਲਤ ਪਾਇਆ ਜਾਂਦਾ। ਹਰ ਬੰਦੇ ਦੀ ਨਿਗਾਹ ਦੇ ਵਿੱਚ ਦੂਸਰਾ ਗਲਤ ਪਾਇਆ ਜਾਂਦਾ। ਹੁਣ ਗੁਰੂ ਪਿਆਰਿਓ, ਰਾਗੀ ਸਿੰਘ ਵੀਰ ਕੀਰਤਨ ਕਰ ਰਹੇ ਸੀ ਤੇ ਸ਼ਬਦ ਦੇ ਨਾਲ ਨਾਲ ਜਿਹੜੀਆਂ ਉਹ ਸਰਗਮਾਂ ਤਾਨਾਂ ਲਾ ਰਹੇ ਸੀ, ਤਾਨਾਂ ਲਗਾ ਰਹੇ, ਤਾਨਾਂ ਕਹਿੰਦੇ ਉਹਨਾਂ ਨੂੰ, ਸਰਗਮਾਂ ਜਿਹੜੀਆਂ ਬੋਲ ਰਹੇ ਸੀ। ਤੇ ਜਿਸ ਦਿਨ ਉਹਨਾਂ ਨੇ ਇੱਥੇ ਪਹਿਲੀ ਵਾਰ ਕੀਰਤਨ ਕੀਤਾ ਤੇ ਬਹੁਤਿਆਂ ਦੇ ਮਨ ਦੇ ਵਿੱਚ ਇਹੀ ਆ ਰਿਹਾ ਹੋਏਗਾ ਕਿ ਇਹ ਕੀ ਰੌਲਾ ਜਿਹਾ ਪਾਈ ਜਾਂਦੇ। ਹਾਲਾਂਕਿ ਇੱਕ ਰਾਗ ਨੂੰ, ਰਾਗ ਦੇ ਵਿੱਚ ਰਸ ਭਰਨ ਦਾ ਇੱਕ ਤਕਨੀਕ ਹੈ, ਇੱਕ ਤਰੀਕਾ ਹੈ, ਇੱਕ ਰਾਗ ਦਾ ਹਿੱਸਾ ਹੈ, ਇੱਕ ਸ਼ਬਦ ਗਾਇਨ ਦਾ ਉਹ ਹਿੱਸਾ ਹੈ, ਤੇ ਉਹਨਾਂ ਨੇ ਆਪਣੇ ਗੁਣ ਦੇ ਮੁਤਾਬਕ ਉਸ ਨੂੰ ਜ਼ਾਹਿਰ ਕੀਤਾ। ਪਰ ਜਿਸ ਨੂੰ ਸਮਝ ਨਹੀਂ ਲੱਗਣੀ, ਹੁਣ ਮੇਰੇ ਵਰਗੇ ਨੂੰ ਜੇ ਸਮਝ ਨਾ ਲੱਗੀ, ਮੈਂ ਤੇ ਭਾਈ ਇਹੀ ਕਹਿਣਾ ਕਿ ਕੀ ਇਹ ਰੌਲਾ ਜਿਹਾ ਪਾਈ ਜਾਂਦੇ, ਕੀ ਇਹ ਕਰੀ ਕੀ ਜਾਂਦੇ, ਕੁਝ ਸਮਝ ਤੇ ਲੱਗ ਨਹੀਂ ਰਹੀ। ਉਹ ਆਪਣੀ ਜਗ੍ਹਾ ਤੇ ਪੂਰੀ ਤਰ੍ਹਾਂ ਸਹੀ ਨੇ, ਪਰ ਮੈਨੂੰ ਸਮਝ ਨਹੀਂ ਆ ਰਹੀ, ਇਸ ਕਰਕੇ ਮੇਰੀ ਨਿਗਾਹ ਦੇ ਵਿੱਚ ਉਹ ਗਲਤ ਨੇ। ਹਰ ਮਨੁੱਖ ਆਪਣੀ ਆਪਣੀ ਜਗ੍ਹਾ ਤੇ ਸਹੀ ਹੈ, ਪਰ ਕਿਉਂਕਿ ਉਹ ਮਨੁੱਖ ਦੂਸਰੇ ਨੂੰ ਸਮਝ ਦੇ ਵਿੱਚ ਨਹੀਂ ਆ ਰਿਹਾ, ਇਸ ਕਰਕੇ ਦੂਸਰੇ ਦੀ ਨਿਗਾਹ ਦੇ ਵਿੱਚ ਗਲਤ। ਜਿਹੜਾ ਮਨੁੱਖ ਸਵਾਰਥੀ ਨਹੀਂ ਹੈ ਨਾ, ਨਿਰਸਵਾਰਥ ਹੋ ਕੇ ਕਿਸੇ ਤਰ੍ਹਾਂ ਵੀ ਕੰਮ ਕਰ ਰਿਹਾ ਹੈ, ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਵਿਚਰ ਰਿਹਾ ਹੈ, ਕਿਸੇ ਵੀ ਧਰਮ ਦਾ ਹੈ, ਕਿਸੇ ਵੀ ਜਾਤ ਦੇਸ਼ ਵਰਨ ਦਾ ਹੈ, ਕਿਸੇ ਵੀ ਭਾਸ਼ਾ ਦਾ ਬੰਦਾ ਹੈ, ਜਿਹੜਾ ਨਿਰਸਵਾਰਥ ਹੋ ਕੇ ਕੰਮ ਕਰ ਰਿਹਾ ਹੈ, ਆਪਣੀ ਰੋਜੀ ਰੋਟੀ ਤੇ ਆਪਾਂ ਸਾਰਿਆਂ ਨੇ ਕਮਾਉਣੀ ਹੈ, ਪਰ ਨਿਰਸਵਾਰਥ ਦਾ ਭਾਵ ਇਹ ਹੈ ਕਿ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ। ਜੋ ਕਰ ਰਿਹਾ ਉਹ ਸੱਚ ਦੇ ਅਧੀਨ ਰਹਿ ਕੇ ਕਰ ਰਿਹਾ, ਉਹ ਭਾਵੇਂ ਕਿਸੇ ਵੀ ਧਰਮ ਦਾ, ਕਿਸੇ ਵੀ ਵਰਨ ਦਾ, ਕਿਸੇ ਵੀ ਭੇਸ ਦਾ ਬੰਦਾ ਹੋਵੇ, ਉਹ ਹਰ ਵਕਤ ਆਪਣੀ ਜਗ੍ਹਾ ਤੇ ਪੂਰੀ ਤਰ੍ਹਾਂ ਸਹੀ ਹੋਵੇਗਾ, ਜਿਹੜਾ ਨਿਰਸਵਾਰਥ ਹੈ। ਪਰ ਉਹ ਕਿੰਨਾ ਕੁ ਸਹੀ ਹੈ, ਉਹ ਦੂਸਰੇ ਬੰਦੇ ਦੀ ਨਿਗਾਹ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਉਹ ਉਹਨੂੰ ਸਹੀ ਲੱਗੇ। ਇਹ ਗੱਲ ਜ਼ਰੂਰੀ ਨਹੀਂ ਹੈ ਕਿ ਦੂਸਰੇ ਬੰਦੇ ਨੂੰ ਉਹ ਸਹੀ ਲੱਗੇ, ਪਰ ਜਿਹੜਾ ਬੰਦਾ ਸਵਾਰਥੀ ਹੈ, ਜਿਹੜਾ ਆਪਣੇ ਸਵਾਰਥ ਦੇ ਲਈ ਕਿਸੇ ਨਾਲ ਵੀ ਧੋਖਾ ਕਰ ਸਕਦਾ ਹੈ, ਕਿਸੇ ਨੂੰ ਵੀ ਲੁੱਟ ਸਕਦਾ ਹੈ, ਕਿਸੇ ਦਾ ਕਤਲ ਵੀ ਕਰ ਸਕਦਾ ਹੈ, ਜਿਹੜਾ ਕੇਵਲ ਤੇ ਕੇਵਲ ਸਵਾਰਥੀ ਹੈ, ਉਹ ਮਨੁੱਖ ਭਾਵੇਂ ਕਦੇ ਸਹੀ ਨਹੀਂ ਹੁੰਦਾ, ਪਰ ਉਹ ਸਗੋਂ ਸਾਰਿਆਂ ਨੂੰ ਜ਼ਿਆਦਾ ਸਹੀ ਹੋ ਕੇ ਰਹਿੰਦਾ, ਸਾਰਿਆਂ ਨੂੰ ਜ਼ਿਆਦਾ ਸਹੀ ਹੋ ਕੇ ਰਹਿੰਦਾ। ਹੁਣ ਜਿੱਥੋਂ ਆਪਣੀ ਗੁਰੂ ਪਿਆਰਿਓ ਵਿਚਾਰ ਚੱਲ ਰਹੀ ਹੈ ਕਿ ਜਦੋਂ ਅਸੀਂ ਆਪਣੇ ਆਪ ਦੇ ਵਿੱਚ ਪੂਰੇ ਸਹੀ, ਜਦੋਂ ਅਸੀਂ ਗੁਰੂ ਦੇ ਅਨੁਸਾਰੀ ਹੋ ਕੇ ਤੇ ਪਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਹ ਕਰਨ ਲੱਗ ਜਾਈਏ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਲੱਗ ਜਾਈਏ, ਫਿਰ ਸਤਿਗੁਰੂ ਜੀ ਸਮਝਾ ਰਹੇ ਹੈ ਕਿ ਸਾਡੀ ਜ਼ਿੰਦਗੀ ਦਾ ਨਤੀਜਾ ਕਦੇ ਵੀ ਬੁਰਾ ਨਹੀਂ ਹੋ ਸਕਦਾ, ਬੁਰਾ ਨਹੀਂ ਹੋ ਸਕਦਾ। ਇਹ ਗੱਲ ਜ਼ਰੂਰ ਹੈ ਕਿ ਜਿਹੜਾ ਬੰਦਾ ਸੱਚ ਦੇ ਅਧੀਨ ਚੱਲਦਾ ਹੈ, ਸੱਚ ਦੇ ਅਧੀਨ ਚੱਲਦਾ ਹੈ, ਤੇ ਜਿਹੜੇ ਵਿਚਾਰਵਾਨ ਲੋਕ ਨੇ ਉਹ ਕਹਿੰਦੇ ਹੁੰਦੇ ਆ ਕਿ ਭਾਈ ਜਿੱਤ ਤੇ ਸੱਚ ਦੀ ਜ਼ਰੂਰ ਹੁੰਦੀ ਹੈ, ਪਰ ਸੱਚ ਇੱਕ ਵਾਰ ਗੋਡੀਆਂ ਜ਼ਰੂਰ ਲਵਾ ਦਿੰਦਾ। ਸੱਚ ਦੀ ਜਿੱਤ ਤੇ ਹੋ ਜਾਂਦੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੁੰਦੀ, ਸੱਚ ਦੀ ਹੀ ਜਿੱਤ ਹੈ ਅਖੀਰ ਨੂੰ, ਪਰ ਸੱਚ ਤੇ ਟਿਕਣਾ ਪੈਂਦਾ ਹੈ। ਜਿਨ੍ਹਾਂ ਨੇ ਸੱਚ ਤੇ ਚੱਲਣਾ ਹੈ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਬਰ ਤੇ ਸਿਦਕ ਦੋਵੇਂ ਹੀ ਰੱਖਣੇ ਪੈਣੇ। ਸਬਰ, ਸਿਦਕ, ਹਿੰਮਤ ਉਹਨਾਂ ਨੂੰ ਰੱਖਣੇ ਪੈਣੇ ਹੈ। ਲੰਮੀ ਦੌੜ ਹੈ ਜਿਹੜੀ ਉਹ ਚੱਲਣੀ ਪੈਣੀ, ਲਗਾਤਾਰ ਚੱਲਣਾ ਪੈਣਾ। ਜਦੋਂ ਲਗਾਤਾਰ ਇੱਕ ਚਾਲ ਦੇ ਵਿੱਚ ਚੱਲਦੇ ਜਾਵਾਂਗੇ ਫਿਰ ਅਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚ ਸਕਦੇ ਹਾਂ। ਸਤਿਗੁਰੂ ਜੀ ਸਮਝਾ ਰਹੇ, ਜਦੋਂ ਅਸੀਂ ਅਕਾਲ ਪੁਰਖ ਦੇ ਅਧੀਨ ਹੈ ਪੂਰੀ ਤਰ੍ਹਾਂ, ਫਿਰ ਸਾਨੂੰ ਕਿਸੇ ਤਰ੍ਹਾਂ ਦਾ ਕਾੜਾ ਅੰਦੇਸ਼ਾ, ਕਿਸੇ ਤਰ੍ਹਾਂ ਦਾ ਡਰ ਆਪਣੇ ਮਨ ਦੇ ਵਿੱਚ ਰੱਖਣ ਦੀ ਲੋੜ ਨਹੀਂ ਹੈ, ਕਿਉਂਕਿ ਅਕਾਲ ਪੁਰਖ ਨੇ ਅਖੀਰ ਤੇ ਫੈਸਲਾ ਕਰਨਾ ਹੈ ਤੇ ਉਹ ਕਦੇ ਵੀ ਅਨਿਆਂ ਨਹੀਂ ਕਰਦਾ, ਕਦੇ ਵੀ ਉਹ ਅਧਰਮ ਨਹੀਂ ਕਰਦਾ। ਸਾਨੂੰ ਇਹ ਗੱਲ ਮਨ ਦੇ ਵਿੱਚ ਚੇਤਾ ਰੱਖਣੀ ਚਾਹੀਦੀ ਹੈ, ਕਾੜਾ ਅੰਦੇਸ਼ਾ ਕਿਉਂ ਕੀਜੈ, ਜਾ ਨਾਹੀ ਅਧਰਮ ਮਾਰਦਾ। ਜਦੋਂ ਉਹ ਅਧਰਮ ਭਾਵ ਕੇ ਅਨਿਆਂ ਬੇਇਨਸਾਫੀ ਦੇ ਅਧੀਨ ਕਿਸੇ ਨੂੰ ਨਹੀਂ ਮਾਰਦਾ, ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਤੇ ਫਿਰ ਜਦੋਂ ਅਸੀਂ ਅਕਾਲ ਪੁਰਖ ਦੇ ਅਧੀਨ ਆ, ਫਿਰ ਸਾਨੂੰ ਕਿਸੇ ਤਰ੍ਹਾਂ ਦਾ ਡਰ ਰੱਖਣ ਦੀ ਲੋੜ ਨਹੀਂ, ਸਾਨੂੰ ਕਿਸੇ ਤਰ੍ਹਾਂ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਕੇਵਲ ਤੇ ਕੇਵਲ ਸਾਨੂੰ ਅਕਾਲ ਪੁਰਖ ਦੇ ਅਨੁਸਾਰੀ ਹੋਣਾ ਚਾਹੀਦਾ ਹੈ।
ਜਿਹੜੇ ਅਕਾਲ ਪੁਰਖ ਦੇ ਅਨੁਸਾਰੀ ਹੁਕਮ ਦੇ ਅਧੀਨ ਹੁੰਦੇ ਨੇ ਉਹ ਸੱਚ ਦੇ ਵਿੱਚ ਰਹਿਣ ਕਰਕੇ ਅਖੀਰ ਤੇ ਜਿੱਤ ਜਾਂਦੇ ਨੇ। ਤੇ ਜਿਹੜਾ ਮਨੁੱਖ ਆਪਣੀ ਬਿਰਤੀ ਦੇ ਵਿੱਚ ਸਵਾਰਥ ਰੱਖਦਾ, ਆਪਣੇ ਸਵਾਰਥ ਦੇ ਲਈ ਕਿਸੇ ਦੇ ਨਾਲ ਵੀ ਪਾਪ ਕਮਾ ਸਕਦਾ ਹੈ, ਜਿਹੜਾ ਮਨੁੱਖ ਆਪਣੀ ਬਿਰਤੀ ਦੇ ਵਿੱਚ ਪਾਪ ਰੱਖਦਾ, ਸਤਿਗੁਰੂ ਜੀ ਸਮਝਾ ਰਹੇ ਅਕਾਲ ਪੁਰਖ ਦਾ ਤੇ ਹੁਕਮ ਉਸ ਤੇ ਵੀ ਉਸੇ ਤਰ੍ਹਾਂ ਅਟਲ ਹੈ, ਪਰ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਕਰਕੇ ਹਾਰ ਜਾਂਦਾ, ਆਪਣੇ ਕੀਤੇ ਹੋਏ ਕੰਮਾਂ ਦੇ ਕਰਕੇ ਉਹ ਹਾਰ ਜਾਂਦਾ ਹੈ। ਸਾਨੂੰ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਰਹਿਣ ਦੀ ਲੋੜ ਹੈ ਤੇ ਗੁਣਾਂ ਨੂੰ ਧਾਰਨ ਕਰਨ ਦੀ ਲੋੜ ਹੈ। ਸਤਿਗੁਰੂ ਜੀ ਸ਼ਬਦ ਦੇ ਪਹਿਲੇ ਸ਼ਲੋਕ ਦੇ ਵਿੱਚ ਇਸੇ ਵਿਚਾਰ ਨੂੰ ਸਮਝਾ ਰਹੇ ਨੇ। ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ, ਹਰਿ ਕਾ ਨਾਮ ਉਤਮ ਮਨ ਵਸੈ ਮੇਟ ਨਾ ਸਕੈ ਕੋਏ। ਸਤਿਗੁਰੂ ਜੀ ਸਮਝਾ ਰਹੇ ਹੈ ਕਿ ਜਿਹੜਾ ਸੱਚੇ ਗੁਰੂ ਦੀ ਬਾਣੀ ਦੇ ਵਿੱਚ ਚੱਲਦਾ ਹੈ ਉਸ ਦੀ ਵਡਿਆਈ, ਉਸ ਦੇ ਗੁਣ ਜਿਹੜੇ ਆ ਬਹੁਤ ਵੱਡੇ ਹੋ ਜਾਂਦੇ। ਜਿਹੜਾ ਸੱਚੇ ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਹੈ। ਹੁਣ ਗੁਰੂ ਪਿਆਰਿਓ, ਇੱਕ ਦਿਨ ਪਹਿਲਾਂ ਵੀ ਵਿਚਾਰ ਕੀਤੀ ਸੀ, ਇੱਕ ਮਨੁੱਖ ਹੈ ਜਿਹੜਾ ਮੇਰੇ ਮਨ ਦੇ ਵਿੱਚ ਗੱਲ ਆ ਗਈ ਕਿ ਮੈਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ, ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਆਪਣੇ ਘਰੋਂ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਲਿਆਵਾਂ ਤੇ ਇੱਥੇ ਲਿਆ ਕੇ ਭੋਗ ਲਵਾਂ। ਇੱਕ ਵਿਚਾਰ ਇਹ ਹੈ ਕਿ ਮੇਰੇ ਮਨ ਦੇ ਵਿੱਚ ਖਿਆਲ ਆਇਆ ਤੇ ਮੈਂ ਕੀਤਾ, ਭਾਵੇਂ ਕਿ ਚੰਗਾ ਹੀ ਹੈ, ਭਾਵੇਂ ਕਿ ਚੰਗਾ ਹੀ ਹੈ, ਪਰ ਇੱਕ ਖਿਆਲ ਇਹ ਆਇਆ ਕਿ ਮੈਂ ਗੁਰੂ ਦੇ ਅਨੁਸਾਰੀ ਹੋ ਕੇ ਚੱਲਣਾ ਚਾਹੁੰਦਾ ਤੇ ਮੈਂ ਕਿਵੇਂ ਚੱਲਾਂ, ਮੈਂ ਕਿਵੇਂ ਚੱਲਾਂ, ਮੈਂ ਗੁਰੂ ਤੋਂ ਹੀ ਪੁੱਛ ਲਵਾਂ, ਮੈਂ ਗੁਰੂ ਤੋਂ ਹੀ ਪੁੱਛ ਲਵਾਂ। ਖਿਆਲ ਤੇ ਹੁਣ ਪਹਿਲਾਂ ਵੀ ਚੰਗਾ ਹੈ, ਪਰ ਦੂਜਾ ਖਿਆਲ ਜਦੋਂ ਗੁਰੂ ਤੋਂ ਪੁੱਛਣ ਲੱਗਿਆ ਤੇ ਗੁਰੂ ਨੇ ਇਹ ਸਿੱਖਿਆ ਦੇ ਦਿੱਤੀ। 35 ਮਹਾਂਪੁਰਸ਼ਾਂ ਨੂੰ ਵਾਰੀ-ਵਾਰੀ ਜਦੋਂ ਪੁੱਛਿਆ, 35 ਮਹਾਂਪੁਰਸ਼ਾਂ ਨੇ ਇਹ ਗੱਲ ਸਮਝਾ ਦਿੱਤੀ, ਤੂੰ ਗੁਰੂ ਨੂੰ ਕੀ ਭੇਟ ਕਰ ਦੇਵੇਂਗਾ, ਗੁਰੂ ਤੋਂ ਤੇ ਤੂੰ ਪ੍ਰਾਪਤ ਕੀਤਾ, ਗੁਰੂ ਪਾਸੋਂ ਤੇ ਤੂੰ ਆਪ ਪ੍ਰਾਪਤ ਕਰ ਰਿਹਾ, ਤੂੰ ਕੀ ਸੋਚ ਰਿਹਾ ਮੈਂ ਗੁਰੂ ਲਈ ਲੈ ਕੇ ਜਾਵਾਂਗਾ। ਪਹਿਲਾਂ ਤੇ ਆਪਣੀ ਸੋਚ ਦਾ, ਆਪਣਾ ਸੋਚਣ ਦਾ ਤਰੀਕਾ ਹੀ ਬਦਲ। ਪਹਿਲਾਂ ਤੇਰੇ ਸੋਚਣ ਦੇ ਤਰੀਕੇ ਦੇ ਵਿੱਚ ਫਰਕ ਹੈ, ਤੇਰੇ ਸੋਚਣ ਦੇ ਤਰੀਕੇ ਦੇ ਵਿੱਚ ਫਰਕ ਹੈ। ਤੂੰ ਸੋਚ ਰਿਹਾ ਮੈਂ ਗੁਰੂ ਦੀ ਸੇਵਾ ਕਰਨੀ ਹੈ, ਗੁਰੂ ਦੇ ਲਈ ਮੈਂ ਕੁਝ ਲੈ ਕੇ ਜਾਵਾਂ। ਭਲਿਆ ਗੁਰੂ ਤੇਰੇ ਅੰਦਰ ਹੈ, ਗੁਰੂ ਤੇਰੇ ਤੋਂ ਵੱਖ ਨਹੀਂ ਹੈ, ਔਰ ਗੁਰੂ ਦਾ ਦਿੱਤਾ ਹੋਇਆ ਸਾਰਾ ਕੁਝ ਜੋ ਤੇਰੇ ਕੋਲ ਪ੍ਰਾਪਤ ਹੈ। ਇਸ ਕਰਕੇ ਤੂੰ ਇਹ ਕਦੇ ਗੱਲ ਕਹਿ ਹੀ ਨਹੀਂ ਸਕਦਾ ਕਿ ਮੈਂ ਗੁਰੂ ਦੇ ਲਈ ਕੁਝ ਲੈ ਕੇ ਚੱਲੇ, ਮੈਂ ਗੁਰੂ ਦੇ ਲਈ ਕੁਝ ਲੈ ਕੇ ਚੱਲੇ। ਜੇ ਦੁਨਿਆਵੀ ਵਿਚਾਰਵਾਨਾਂ, ਦੁਨਿਆਵੀ ਕਰਮਾਂ ਦੀ ਗੱਲ ਆਉਂਦੀ ਹੈ, ਕੋਈ ਦੁੱਧ ਧਾਰ ਭੇਟ ਕਰਨ ਦੀ ਗੱਲ ਕਰਦਾ ਹੈ ਤੇ ਗੁਰਬਾਣੀ ਸਾਨੂੰ ਇਹ ਗੱਲ ਸਮਝਾ ਦੇਵੇਗੀ ਕਿ ਉਹ ਵੀ ਸਾਰਾ ਕੁਝ, ਭਾਵੇਂ ਉਹ ਦੁੱਧ ਭੇਟਾ ਕੀਤਾ ਜਾ ਰਿਹਾ ਹੈ, ਭਾਵੇਂ ਫੁੱਲ ਚੜਾਏ ਜਾ ਰਹੇ ਨੇ। ਆ ਦੇਖੋ ਹੁਣ ਰੁਮਾਲੇ ਦੇ ਉੱਪਰ ਕਿੰਨੇ ਫੁੱਲ ਚੜੇ ਹੋਏ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਭਾਈ ਨਾ ਕਰਿਆ ਕਰੋ, ਨਾ ਕਰਿਆ ਕਰੋ, ਗੁਰਬਾਣੀ ਰੋਕਦੀ, ਮੈਂ ਨਹੀਂ ਰੋਕ ਰਿਹਾ, ਗੁਰਬਾਣੀ ਰੋਕਦੀ ਹੈ। ਜੇ ਫੁੱਲ ਚੜਾ ਰਹੇ ਆ, ਸਾਨੂੰ ਲੱਗਦਾ ਹੈ ਕਿ ਫੁੱਲ ਸੁੱਚੇ ਆ ਕਿਉਂਕਿ ਕੁਦਰਤੀ ਰੂਪ ਦੇ ਵਿੱਚ ਪੈਦਾ ਹੋਏ, ਪਰ ਜੇ ਚੜਾਉਣ ਦੀ ਗੱਲ ਆਵੇਗੀ ਤੇ ਉੱਥੇ ਸਾਨੂੰ ਗੁਰਬਾਣੀ ਇਹ ਗੱਲ ਸਮਝਾਉਂਦੀ ਹੈ ਕਿ ਜਿਹੜਾ ਜੀਵ ਜਿਉਂਦਾ ਹੈ ਨਾ, ਜਿਉਂਦਾ, ਹੁਣ ਅਸੀਂ ਕਹਿੰਦੇ ਆ ਕਿ ਗੁਰਦੁਆਰੇ ਦੇ ਵਿੱਚ ਬਲੀ ਦੇਣਾ ਬੜਾ ਮਾੜਾ ਕੰਮ ਹੈ। ਸੋਚਦੇ ਆ ਨਾ ਆਪਾਂ ਸਾਰੇ, ਜੇ ਇਹ ਗੱਲ ਸੋਚੀ ਜਾਵੇ ਕਿ ਇੱਥੇ ਕੋਈ ਜੀਵ ਲੈ ਕੇ ਆਈਏ, ਉਸ ਦੀ ਬਲੀ ਦਿੱਤੀ ਜਾਵੇ, ਸਾਡੇ ਸਾਰਿਆਂ ਦੇ ਮਨ ਦੇ ਵਿੱਚ ਆਵੇਗਾ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਨੇ, ਪਾਪ ਹੈ, ਪਾਪ ਹੋ ਰਿਹਾ। ਹੁਣ ਸੋਚ ਕੇ ਦੇਖੋ, ਜਿਹੜਾ ਬੂਟੇ ਨਾਲ ਫੁੱਲ ਲੱਗਿਆ ਉਸ ਨੂੰ ਤੋੜ ਕੇ ਵੀ ਤੇ ਅਸੀਂ ਬਲੀ ਦੇਵਾਂਗੇ, ਉਸ ਨੂੰ ਤੋੜ ਕੇ ਵੀ ਉਹ ਉੱਥੇ ਤਾਂ ਖੁਸ਼ਬੂ ਪੈਦਾ ਕਰ ਰਿਹਾ। ਇੱਥੇ ਹੁਣ ਰੁਮਾਲਿਆਂ ਦੇ ਉੱਪਰ ਪਏ ਹੋਏ ਸੁੱਕ ਗਏ, ਰੁਮਾਲਿਆਂ ਦੇ ਉੱਪਰ ਪਏ ਹੋਏ ਸੁੱਕ ਗਏ, ਇਹਨਾਂ ਨੇ ਕਿਸੇ ਦਾ ਹੁਣ ਕੁਝ ਨਹੀਂ ਸਵਾਰਨਾ। ਉੱਥੇ ਖੁਸ਼ਬੂ ਜਿਹੜਾ ਵੀ ਲਾਗੋਂ ਦੀ ਲੰਘਦਾ ਸੀ ਉਹ ਖਿੜਦੇ ਹੋਏ ਫੁੱਲ ਨੂੰ ਦੇਖ ਕੇ, ਜਿਸ ਤਰ੍ਹਾਂ ਇੱਕ ਛੋਟਾ ਬੱਚਾ ਹੱਸਦਾ ਹੈ ਨਾ, ਤੇ ਉਸ ਦੇ ਹੱਸਦੇ ਹੋਏ ਚਿਹਰੇ ਨੂੰ ਦੇਖ ਕੇ ਗੁੱਸੇ ਦੇ ਨਾਲ ਭਰਿਆ ਹੋਇਆ ਬੰਦਾ ਵੀ ਇੱਕ ਵਾਰ ਖਿੜ ਜਾਂਦਾ, ਇੱਕ ਵਾਰ ਖਿੜ ਜਾਂਦਾ। ਛੋਟੇ ਜਿਹੇ ਬੱਚਾ ਜਦੋਂ ਖਿੜਿਆ ਹੋਵੇ ਉਸ ਦੇ ਵੱਲ ਦੇਖ ਕੇ ਹਰ ਬੰਦਾ ਖਿੜ ਜਾਂਦਾ। ਇਸੇ ਤਰ੍ਹਾਂ ਖਿੜੇ ਹੋਏ ਫੁੱਲ ਦੇ ਲਾਗੋਂ ਦੀ ਜਦੋਂ ਕੋਈ ਲੰਘਦਾ ਹੈ ਤੇ ਉਸ ਨੂੰ ਦੇਖ ਕੇ ਜ਼ਰੂਰ ਇੱਕ ਵਾਰ ਖਿੜ ਜਾਂਦਾ, ਉਸ ਦੇ ਮਨ ਦੇ ਵਿੱਚ ਇੱਕ ਵਾਰ ਆਸ਼ਾਵਾਦੀ ਸੋਚ ਆ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਤੀ ਤੋਰੈ ਮਲ ਨਹੀਂ, ਪਾਤੀ ਪਾਤੀ ਜੀਓ, ਜਿਸ ਬਾਹਨ ਕੋ ਪਾਤੀ ਤੋਰੈ ਸੋ ਬਾਹਨ ਨਿਰਜੀਓ, ਸਤਿਗੁਰ ਜਾਗਦਾ ਹੈ। ਮਾਲਣ ਜਿਹੜੀ ਹੈ ਉਹ ਭੁੱਲੀ ਹੋਈ ਹੈ, ਉਸ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸੱਚਾ ਗੁਰੂ ਜਿਹੜਾ ਉਹ ਤੇ ਸਦਾ ਜਾਗਦਾ ਹੈ,
ਉਹ ਤੇ ਸਦਾ ਜੀਵਨ ਵਾਲਾ ਹੈ। ਹਰੇਕ ਪੱਤੇ ਦੇ ਵਿੱਚ ਦੇਵਤਾ ਹੈ, ਹਰੇਕ ਪੱਤੇ ਦੇ ਵਿੱਚ ਜੀਵਨ ਹੈ, ਹਰੇਕ ਪੱਤੇ ਦੇ ਵਿੱਚ ਤੇਰੇ ਮੰਨਣ ਵਾਲਾ ਰੱਬ ਹੈ, ਜਿਸ ਨੂੰ ਵੀ ਤੂੰ ਮੰਨਦਾ ਪਿਆ ਹਰੇਕ ਪੱਤੇ ਦੇ ਵਿੱਚ ਮੌਜੂਦ ਹੈ। ਤੂੰ ਕਿਉਂ ਤੋੜਦਾ ਪਿਆ? ਸਤਿਗੁਰੂ ਜੀ ਸਮਝਾ ਰਹੇ ਗੁਰਬਾਣੀ ਦੇ ਵਿੱਚ ਕਿ ਜਦੋਂ ਅਸੀਂ ਸੱਚੇ ਗੁਰੂ ਦੇ ਅਨੁਸਾਰੀ ਹੋ ਜਾਂਦੇ ਹਾਂ, ਜਦੋਂ ਅਸੀਂ ਗੁਰੂ ਦੇ ਅਨੁਸਾਰੀ ਹੋ ਜਾਂਦੇ ਹਾਂ। ਹੁਣ ਗੁਰੂ ਪਿਆਰਿਓ, ਇੱਕ ਤੇ ਉਹ ਹੈ, ਮੈਂ ਵਿਚਾਰ ਬੇਨਤੀ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ, ਇੱਕ ਮਨੁੱਖ ਹੈ ਆਪਣੇ ਅੰਦਰ ਦੀ ਸ਼ਰਧਾ ਕਰਕੇ। ਹੁਣ ਜਿਸ ਨੇ ਵਿਚਾਰੇ ਨੇ ਮੁੱਢ ਤੋੜ ਕੇ ਲਿਆਂਦੇ ਚੜਾਏ, ਉਸ ਦੇ ਅੰਦਰ ਕਿਤੇ ਭਾਵ ਥੋੜੀ ਹੈ ਤਾਂ ਉਸ ਦੇ ਅੰਦਰ ਵੀ ਚੰਗੀ ਸੋਚ, ਚੰਗੀ ਵਿਚਾਰ, ਪਰ ਉਸਨੇ ਗੁਰੂ ਤੋਂ ਨਹੀਂ ਪੁੱਛਿਆ। ਗੁਰੂ ਤੋਂ ਨਹੀਂ ਪੁੱਛਿਆ ਕਿ ਮੈਂ ਕਿਵੇਂ ਗੁਰੂ ਦੀ ਸਿੱਖਿਆ ਨੂੰ, ਕਿਵੇਂ ਮੈਂ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਾਂ। ਇੱਕ ਮਨੁੱਖ ਹੈ ਜਿਹੜਾ ਫੁੱਲ ਨੂੰ ਤੋੜ ਕੇ ਲਿਆ ਰਿਹਾ ਤੇ ਚੜਾ ਰਿਹਾ, ਇੱਕ ਮਨੁੱਖ ਹੈ ਜਿਹੜਾ ਗੁਰੂ ਤੋਂ ਪੁੱਛ ਰਿਹਾ ਤੇ ਹੋਰ ਫੁੱਲ ਉਗਾ ਰਿਹਾ, ਹੋਰ ਫੁੱਲ ਉਗਾ ਰਿਹਾ। ਹੁਣ ਦੇਖੋ ਦੋਵਾਂ ਦੇ ਵਿੱਚੋਂ ਚੰਗੇ ਗੁਣਾਂ ਵਾਲਾ ਕਿਹੜਾ ਹੋ ਗਿਆ? ਜਿਹੜਾ ਫੁੱਲ ਉਗਾ ਰਿਹਾ ਉਸਨੇ ਤੇ ਇੱਕ ਬਗੀਚਾ ਤਿਆਰ ਕਰ ਦਿੱਤਾ, ਜਿਹੜਾ ਫੁੱਲ ਲਗਾ ਰਿਹਾ ਹੈ ਉਸਨੇ ਤੇ ਬਗੀਚਾ ਤਿਆਰ ਕਰ ਦਿੱਤਾ। ਜਿਹੜਾ ਤੋੜ ਕੇ ਲਿਆ ਰਿਹਾ ਇੱਥੇ ਤਾਂ ਸੁੱਕਣੇ ਸੀ, ਉੱਥੋਂ ਵੀ ਵਾਰੀ-ਵਾਰੀ ਕਰਕੇ ਫੁੱਲ ਖਤਮ ਕਰ ਦਿੱਤਾ, ਉੱਥੋਂ ਵੀ ਵਾਰੀ-ਵਾਰੀ ਖਤਮ ਕਰ ਦਿੱਤੇ। ਆਪਣੇ ਆਪ ਦੇ ਵਿੱਚ ਦੋਵੇਂ ਹੀ ਮਨੁੱਖ ਚੰਗੇ ਨੇ, ਆਪਣੇ ਆਪ ਦੇ ਵਿੱਚ ਚੰਗੇ ਤਾਂ ਦੋਵੇਂ ਨੇ, ਪਰ ਸਤਿਗੁਰੂ ਜੀ ਸਮਝਾ ਰਹੇ ਜਿਹੜਾ ਗੁਰੂ ਤੋਂ ਪੁੱਛ ਕੇ ਚੱਲ ਪੈਂਦਾ ਹੈ, ਜਿਹੜਾ ਗੁਰੂ ਤੋਂ ਪੁੱਛ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਗੁਰੂ ਦੇ ਰਾਹੀਂ ਕਰਦਾ ਹੈ, ਉਹਦੀ ਵਡਿਆਈ ਜਿਹੜੀ ਉਹ ਵੱਡੀ ਹੋ ਜਾਂਦੀ, ਉਹ ਵੱਡੇ ਗੁਣਾਂ ਵਾਲਾ ਹੋ ਜਾਂਦਾ। ਸਤਿਗੁਰੂ ਜੀ ਸਮਝਾ ਰਹੇ ਹਰਿ ਕਾ ਨਾਮ ਉਤਮ ਮਨ ਵਸੈ, ਮੇਟ ਨਾ ਸਕੈ ਕੋਈ। ਗੁਰੂ ਦੇ ਪਾਸੋਂ ਪ੍ਰਾਪਤ ਕਰ ਲਿਆ ਜਾਵੇ ਪਰਮਾਤਮਾ ਦਾ ਨਾਮ, ਬੜਾ ਉੱਤਮ ਖਜ਼ਾਨਾ ਹੈ, ਬੜਾ ਉੱਤਮ ਖਜ਼ਾਨਾ ਹੈ। ਉਹ ਗੁਣ ਸਾਡੇ ਜੀਵਨ ਦੇ ਵਿੱਚ, ਸਾਡੇ ਮਨ ਦੇ ਵਿੱਚ ਆ ਕੇ ਵਸ ਜਾਂਦੇ ਹੈ। ਪਰਮਾਤਮਾ ਦਾ ਨਾਮ ਇੱਕ ਵਾਰ ਗੁਰੂ ਦੇ ਰਾਹੀਂ ਪ੍ਰਾਪਤ ਹੋ ਜਾਵੇ, ਇਸ ਤਰ੍ਹਾਂ ਮਨ ਦੇ ਵਿੱਚ ਵਸ ਜਾਂਦਾ ਹੈ ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ, ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਇੱਥੇ ਕਈ ਆਏ ਤੇ ਕਈ ਚਲੇ ਗਏ, ਕਈ ਆਏ ਤੇ ਕਈ ਚਲੇ ਗਏ, ਪਰ ਜਿਹੜਾ ਗੁਰੂ ਦੀ ਵਿਚਾਰ ਹੈ, ਗੁਰੂ ਦੇ ਪਾਸੋਂ ਪ੍ਰਾਪਤ ਹੋਇਆ ਪਰਮਾਤਮਾ ਦਾ ਨਾਮ ਹੈ, ਇਹ ਵੀ ਹੋ ਸਕਦਾ ਹੈ ਕਿ ਕਿਸੇ ਦਾ ਭੇਸ ਕਿਸੇ ਤਰ੍ਹਾਂ ਦਾ ਹੋ ਗਿਆ, ਕਿਸੇ ਦਾ ਕਿਸੇ ਤਰ੍ਹਾਂ ਦਾ, ਪਰ ਜਿਹੜਾ ਅਟਲ ਕੁਦਰਤ ਦਾ ਨਿਯਮ ਹੈ ਨਾ, ਉਸ ਨੂੰ ਕੋਈ ਨਹੀਂ ਬਦਲ ਸਕਦਾ, ਉਸ ਨੂੰ ਕੋਈ ਨਹੀਂ ਬਦਲ ਸਕਦਾ। ਜੇ ਮਾੜਾ ਕਰਾਂਗੇ, ਹੈ ਕਰ ਕਰੈ ਸੋ ਹੈ ਕਰ ਪਾਏ, ਜਿਹੜਾ ਮਾੜਾ ਕਰਦਾ ਹੈ ਉਸ ਦਾ ਫਲ ਉਸ ਨੂੰ ਮਾੜਾ ਹੀ ਮਿਲਦਾ ਹੈ। ਜਿਹੜਾ ਚੰਗੇ ਕਰਮ ਕਰਦਾ ਹੈ ਉਸ ਨੂੰ ਅੱਜ ਨਹੀਂ ਤਾਂ ਕੱਲ, ਅਖੀਰ ਤੇ ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਹੈ ਕਿ ਅਖੀਰ ਤੇ ਜਿੱਤ ਸੱਚ ਦੀ ਹੀ ਹੁੰਦੀ ਹੈ, ਉਸ ਨੂੰ ਅਖੀਰ ਤੇ ਫਲ ਚੰਗਾ ਹੀ ਮਿਲਦਾ ਹੈ। ਜਿਹੜਾ ਮਨੁੱਖ ਚੰਗਾ ਕਰਮ ਕਰਦਾ, ਜਿਹੜਾ ਮਨੁੱਖ ਚੰਗਾ ਕਰਮ ਕਰਦਾ ਹੈ। ਸਤਿਗੁਰੂ ਜੀ ਸਮਝਾ ਰਹੇ ਪਰਮਾਤਮਾ ਦਾ ਨਾਮ ਕਈ ਇੱਕ ਵਾਰ ਅਸੀਂ ਗੁਰੂ ਦੇ ਪਾਸੋਂ ਪ੍ਰਾਪਤ ਕਰ ਲਈਏ ਤੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਝ ਵੀ ਕਰ ਲਵੇ, ਉਸ ਨੂੰ ਮਨ ਦੇ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਕਿਉਂਕਿ ਆਨੰਦ ਹੀ ਇੰਨਾ ਆਉਣ ਲੱਗ ਜਾਂਦਾ ਹੈ, ਆਨੰਦ ਹੀ ਇੰਨਾ ਆਉਣ ਲੱਗ ਜਾਂਦਾ ਹੈ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਏ। ਸਤਿਗੁਰੂ ਜੀ ਸਮਝਾ ਰਹੇ ਕਿ ਜੇਕਰ ਅਕਾਲ ਪੁਰਖ ਕਿਰਪਾ ਕਰ ਦੇਵੇ ਤੇ ਜਿਸ ਦੇ ਉੱਪਰ ਪਰਮਾਤਮਾ ਆਪਣੀ ਮਿਹਰ ਕਰ ਦੇਵੇ, ਕਿਰਪਾ ਕਰ ਦੇਵੇ, ਪਰਮਾਤਮਾ ਦੀ ਕਿਰਪਾ ਦੇ ਰਾਹੀਂ ਹੀ ਪਰਮਾਤਮਾ ਦਾ ਨਾਮ ਸਾਨੂੰ ਪ੍ਰਾਪਤ ਹੁੰਦਾ ਹੈ। ਉਹ ਅਕਾਲ ਪੁਰਖ ਦੇ ਵਸ ਦੇ ਵਿੱਚ ਹੈ। ਇਹ ਕਿਰਪਾ ਕਰਨੀ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਵਸ ਦੇ ਵਿੱਚ ਹੈ ਤੇ ਅਕਾਲ ਪੁਰਖ ਦੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਗੁਰਮੁਖ ਬੂਝੈ ਕੋਏ, ਗੁਰੂ ਦੇ ਅਨੁਸਾਰੀ ਹੋ ਕੇ ਕੋਈ ਬਿਰਲਾ ਹੀ ਪਰਮਾਤਮਾ ਦੀ ਕਿਰਪਾ ਵਾਲੇ ਸਿਸਟਮ ਨੂੰ ਸਮਝ ਸਕਦਾ ਹੈ, ਸਮਝ ਪਾਉਂਦਾ ਹੈ। ਮਹਿਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ, ਅਣਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ, ਤਿਨੇ ਅੱਗੇ ਕਮਾਵੇ ਕਾਰ। ਸਤਿਗੁਰੂ ਜੀ ਸਮਝਾ ਰਹੇ ਹੈ, ਇਹ ਨਾਨਕ ਜਿਨ੍ਹਾਂ ਨੇ ਇੱਕ ਮਨ ਹੋ ਕੇ ਅਣਦਿਨ ਭਾਵ ਦਿਨ ਰਾਤ ਹਰ ਵਕਤ ਅਕਾਲ ਪੁਰਖ ਨੂੰ ਆਰਾਧਿਆ ਹੈ, ਅਕਾਲ ਪੁਰਖ ਦੇ ਅਨੁਸਾਰੀ ਹੋ ਗਏ, ਜਿਹੜੇ ਹਰ ਵਕਤ ਹੀ ਅਕਾਲ ਪੁਰਖ ਦੇ ਅਨੁਸਾਰੀ ਹੋ ਗਏ। ਗੁਰੂ ਪਿਆਰਿਓ, ਇੱਕ ਤੇ ਇਹ ਹੈ ਕਿ ਸਾਡੇ ਅੰਦਰ ਉਬਾਲਾ ਜਿਹਾ ਉੱਠਿਆ ਵੀ ਅੱਜ ਤੋਂ ਝੂਠ ਨਹੀਂ ਬੋਲਣੀ। ਇੱਕ ਤੇ ਹੈ ਸਾਡੇ ਅੰਦਰ ਉਬਾਲਾ ਉੱਠਿਆ ਅੱਜ ਤੋਂ ਝੂਠ ਨਹੀਂ ਬੋਲਣਾ,
पर वो उबाला जल्दी खत्म हो गया जदों पता लग्या कि झूठ बोलण दे नाल घर दे विच लड़ाई बड़ी तगड़ी पै जानी है। जे सच बोल दिता इत्थे घर दे विच ही लड़ाई पै जानी है। पहलां बड़ा कुछ लुको रखे, हुण जदों सामने सारा कुछ दसना पिया तो लड़ाई पै जानी है। उबाल ते पैदा होया सी कि सच बोलांगा, पर वो उबाल जल्दी खत्म हो गए। एक ते है कि चंगे गुणां दे लई साडे अंदर उबाला जिहा उठदा है, असीं चंगे कर्म करते हैं, एक दिन दो दिन करते हैं, फिर साडे अंदर दा वो उबाला उदां दा उदां ही बह जांदा है जदों उठिया। पर एक है जदों असीं परमात्मा दे अनुसारी हो के ते चंगे कर्मां नूं लगातार करन लग जाईए, चंगे कर्मां नूं अपने जीवन दे साहां दी पूंजी बना लईए कि हर साह मेरा जिहड़ा चंगे काम दे लई आवे। मेरी जिंदगी दे विच जिहड़ा भी साह चल रिहा है किसी चंगे काम दे लई आवे। अणदिन भाव हर वक्त सतगुरु जी समझा रहे जिन्हां ने इस तरीके दे नाल हर वक्त अकाल पुरख दे गुणां दी आराधना कीती, उन्हां ने अकाल पुरख दे पासों इन्नी बख्शिश हासिल कर लई। भावें दुनिया दी मन्नी परमन्नी माया जिस दे मगर दुनिया तुरी फिरती है ते जिस दे लई दुनिया कई तरह दे प्रपंच करदी है, कई तरह दे प्रपंच करदी है। जिहड़ा अकाल पुरख दे अनुसारी हो के अपनी जिंदगी दे विच मेहनत करदा है, वो ऐसे मायक पदार्थ तां उन्हां दे अगे पिछे तुरे फिरदे। गुरबाणी दा पावन वाक है, सब को तेरे वस अगम अगोचरा, तू भगतां कै वस भगतां तान तेरा। सतगुरु जी बाणी दे विच सानू समझाउंदे है, हे अकाल पुरख वाहिगुरू सारा कुछ ही तेरे वस दे विच, सारा कुछ ही अकाल पुरख दे वस दे विच। साडे विचों कोई ये दावा नहीं कर सकता कि असीं किन्ना चिर जींदे रह सकदे हां। साडे विचों कोई भी ये दावा नहीं कर सकता, क्योंकि अकाल पुरख दे हुक्म दे अधीन है। साडे विचों भावें हालांकि साडा एक यकीन एक साडे अंदर वहम भरम जिहा फैलिया होया है, असीं थां थां ते पुत्रां दीयां अरदासां करदे फिरदे होईए, पर गुरु प्यारिओ किसी भी जगह ते किसी भी थां ते जाके भावें अरदास कर लगे, पर कोई दावा नहीं कर सकता इत्थे मैं अरदास करूंगा ते मेरे घरे मुंडा ही होऊगा। कोई दावा नहीं जे कर सकता, कोई दावा करके अरदास करे। कोई भी इस गल का दावा नहीं कर सकता कि असीं अकाल पुरख नूं अपने अधीन कर सकते हैं। सारा कुछ अकाल पुरख दे हुक्म दे अधीन है। सतगुरु जी समझा रहे हैं कि अकाल पुरख दा प्रेम भगतां दे नाल इन्ना ज्यादा है। सतगुरु जी ने इत्थे शब्द वरत्या, तू भगतां कै वस, तू भगतां कै वस। हे परमात्मा तू अपने भगतां दे वस दे विच, भाव तेरा प्यार इन्ना ਜਿਹੜੇ तेरे नाल प्रेम पाउंदे ने उन्हां दे लई तू इन्ना दयालु है, इन्ना मेहरबान है कि तू उन्हां दे मन वस दे विच आ गया। सतगुरु जी इत्थे समझा रहे, मानो दुनियावी रूपी जिहड़े पदार्थ जिन्हां दे मगर दुनिया कई तरह दे प्रपंच करती है, मानो ऐसे आनंद उन्हां दे कोल आ गए, मानो सारे मायक पदार्थ उन्हां दे अगे पिछे तुरे फिरदे, अगे पिछे तुरे फिरदे है। पूरे पूरा कर छोड़िया हुक्म सवारनहार, गुर प्रसादी जिन पुजिया तिन पाया मोख दुआर। सतगुरु जी समझा रहे हैं, पूरे अकाल पुरख ने जिन्हां ने उस अकाल पुरख नूं आराध्या ते लगातार आराध्या, लगातार जिहड़े अकाल पुरख दे अधीन हो गए, जिहड़े उस दे अनुसारी हो के चलदे ने, उस पूरे ने उन्हां मनुखां नूं भी पूरा कर दिता। भाव उन्हां दे विच किसी तरह की भी औकान रही नहीं, किसी तरह की कोई कमी नहीं रही, वो सारे पासियों पूरे हो गए। वो गुरबाणी के अनुसार परमात्मा के गुणां के अनुसार पूरे हो गए। जिन हर जपिया से हर होए, जिन्हां ने परमात्मा का नाम जपिया, जिहड़े अकाल पुरख के गुणां नूं अपने जीवन दे विच धारण करते हैं, वो अकाल पुरख का ही स्वरूप हो जाते हैं। सतगुरु जी समझा रहे, पूरे की एक किरपा है, परमात्मा की एक किरपा है कि जिहड़े अकाल पुरख के अनुसारी सी, जिन्हां ने आराधना कीता है, पूरे ने उन्हां नूं भी पूरियां कर लिया। परमात्मा अपने हुक्म दे राही
ਰਹਿਣ ਵਾਲਿਆਂ, ਹੁਕਮ ਦੇ ਵਿੱਚ ਰਹਿਣ ਵਾਲਿਆਂ ਨੂੰ ਸਵਾਰ ਲੈਂਦਾ ਹੈ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਜੀਵਨ ਦੇ ਵਿੱਚ ਉਹ ਖੇੜਾ, ਉਹ ਆਨੰਦ ਤੇ ਉਹ ਬਖਸ਼ਿਸ਼ਾਂ ਆ ਜਾਂਦੀਆਂ ਨੇ ਜਿਹੜੀਆਂ ਆਪਾਂ ਅਕਾਲ ਪੁਰਖ ਦੇ ਬਾਰੇ ਸੋਚਦੇ ਹਾਂ ਜਾਂ ਵਿਚਾਰਦੇ ਹਾਂ, ਜਾਂ ਜਿਨ੍ਹਾਂ ਗੁਣਾਂ ਦੇ ਬਾਰੇ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਅਕਾਲ ਪੁਰਖ ਦੇ ਗੁਣ ਨੇ। ਸਤਿਗੁਰੂ ਜੀ ਸਮਝਾ ਰਹੇ ਉਹ ਮਨੁੱਖ ਵੀ ਪੂਰੇ ਹੋ ਗਏ ਜਿਨ੍ਹਾਂ ਨੇ ਪੂਰੇ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ। ਗੁਰੂ ਦੀ ਕਿਰਪਾ ਦੇ ਰਾਹੀਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਝ ਲਿਆ, ਜ਼ਿੰਦਗੀ ਦੀ ਇਸ ਖੇਡ ਨੂੰ ਜਿਨ੍ਹਾਂ ਨੇ ਸਮਝ ਲਿਆ, ਉਹਨਾਂ ਨੇ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਿਆ। ਗੁਰੂ ਪਿਆਰਿਓ, ਇਹ ਗੱਲ ਆਪਾਂ ਸਾਰੇ ਕਹਿੰਦੇ ਆ, ਖਾਸ ਕਰਕੇ ਧਾਰਮਿਕ ਆਗੂ ਜਿਹੜੇ ਹੈ ਮੇਰੇ ਵਰਗੇ, ਉਹ ਜ਼ਿਆਦਾ ਕਹਿੰਦੇ ਆ ਕਿ ਮਾਇਆ ਜਿਹੜੀ ਹੈ ਇਹ ਨਾਗਨੀ ਹੈ, ਇਸ ਤੋਂ ਪਿੱਛਾ ਛਡਾਉਣਾ ਚਾਹੀਦਾ। ਤੇ ਕਹਿਣ ਵਾਲੇ ਜਿਹੜੇ ਹੈ ਉਹਨਾਂ ਨੂੰ ਸਗੋਂ ਜ਼ਿਆਦਾ ਭਲੇਟਾ ਮਾਇਆ ਨੇ ਪਾਇਆ ਹੁੰਦਾ, ਉਹਨਾਂ ਨੂੰ ਜ਼ਿਆਦਾ ਲਵੇਟਾ, ਜ਼ਿਆਦਾ ਵਾਰ ਉਹਨਾਂ ਨੂੰ ਪਾਇਆ ਹੁੰਦਾ। ਖੈਰ, ਜਿਹੜੇ ਵਿਚਾਰ ਕਰਦੇ ਆ ਤੇ ਜਿਹੜੇ ਨਹੀਂ ਕਰਦੇ, ਜਿਹੜੇ ਵਿਚਾਰ ਕਰਦੇ, ਜਿਹੜੇ ਨਹੀਂ ਕਰਦੇ, ਕਿਸੇ ਤਰ੍ਹਾਂ ਦਾ ਵੀ ਭਾਵ ਕੋਈ ਮਨੁੱਖ ਹੋਵੇ, ਕੋਈ ਵੀ ਹੋਵੇ, ਇਹ ਮਾਇਕ ਪਦਾਰਥ ਸਾਰਿਆਂ ਦੀਆਂ ਕੇਵਲ ਤੇ ਕੇਵਲ ਲੋੜਾਂ ਪੂਰੀਆਂ ਕਰਨ ਦੇ ਲਈ, ਕੇਵਲ ਤੇ ਕੇਵਲ ਲੋੜਾਂ ਪੂਰੀਆਂ ਕਰਨ ਦੇ ਲਈ ਹੈ। ਜੇਕਰ ਅਸੀਂ ਸੋਚੀਏ ਕਿ ਲੋੜਾਂ ਪੂਰੀਆਂ ਕਰਨ ਤੋਂ ਅੱਗੇ ਅਸੀਂ ਇਹਨਾਂ ਤੋਂ ਕੁਝ ਕਰਾ ਸਕਦੇ ਹਾਂ, ਨਹੀਂ ਕਰਾ ਸਕਦੇ। ਗੱਡੀ ਹੈ, ਕੇਵਲ ਤੇ ਕੇਵਲ ਸਫ਼ਰ ਕਰਨ ਲਈ ਹੈ, ਸਫ਼ਰ ਕਰਨ ਤੋਂ ਬਿਨਾਂ ਅਸੀਂ ਹੋਰ ਗੱਡੀ ਦੇ ਰਾਹੀਂ ਕੁਝ ਨਹੀਂ ਕਰ ਸਕਦੇ। ਪਰ ਜੇਕਰ ਕਿਸੇ ਨੇ ਗੱਡੀ ਲਿਆਂਦੀ ਹੈ, ਉਹ ਸਫ਼ਰ ਕਰਨ ਦੀ ਬਜਾਏ ਉਹੀ ਗੱਡੀ ਉਸਦੇ ਦਿਮਾਗ ਨੂੰ ਚੜ੍ਹ ਗਈ, ਜਿਸ ਤਰ੍ਹਾਂ ਕਿ ਮਾਇਆ ਬਹੁਤਿਆਂ ਦੇ ਦਿਮਾਗ ਨੂੰ ਚੜ੍ਹ ਜਾਂਦੀ ਹੈ, ਹੰਕਾਰ ਆ ਜਾਂਦਾ ਹੈ। ਗੱਡੀ ਦਿਮਾਗ ਨੂੰ ਚੜ੍ਹ ਗਈ ਤੇ ਐਵੇਂ ਲੋਕਾਂ ਨੂੰ ਦਿਖਾਉਣ ਦੇ ਲਈ ਭਜਾਉਂਦਾ ਫਿਰਦਾ ਹੋਵੇ ਗਲੀਆਂ ਦੇ ਵਿੱਚ, ਅਖੀਰ ਤੇ ਆਪਦਾ ਹੀ ਨੁਕਸਾਨ ਕਰਾਵੇਗਾ, ਆਪਦਾ ਨੁਕਸਾਨ ਕਰਾਵੇਗਾ। ਜਿਹੜਾ ਸਾਹਮਣੇ ਆਵੇਗਾ ਉਸ ਦਾ ਨੁਕਸਾਨ ਕਰ ਬੈਠੇਗਾ। ਕਹਿਣ ਦਾ ਭਾਵ ਇਹ ਹੈ, ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹੈ ਕਿ ਜਦੋਂ ਅਸੀਂ ਗੁਰੂ ਦੇ ਅਨੁਸਾਰੀ ਹੋ ਕੇ ਇਸ ਜ਼ਿੰਦਗੀ ਦੇ ਗੁੱਝੇ ਭੇਦ ਨੂੰ ਸਮਝ ਲਈਏ ਕਿ ਜੋ ਕੁਝ ਸਾਡੇ ਕੋਲ ਹੈ ਜਾਂ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਇਹ ਸਾਰਾ ਕੁਝ ਸਾਡੀਆਂ ਕੇਵਲ ਲੋੜਾਂ ਪੂਰੀਆਂ ਕਰਨ ਦੇ ਲਈ ਹੈ। ਇਸ ਦੇ ਕੋਲੋਂ ਲੋੜਾਂ ਪੂਰੀਆਂ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ। ਇਹਨਾਂ ਚੀਜ਼ਾਂ ਤੋਂ ਕੇਵਲ ਅਸੀਂ ਲੋੜਾਂ ਪੂਰੀਆਂ ਕਰ ਸਕਦੇ ਹਾਂ। ਜੇ ਅਸੀਂ ਸੋਚੀਏ ਕਿ ਇਹੀ ਸਾਡੀ ਖੁਸ਼ੀ ਦਾ ਸਾਧਨ ਹੈ, ਇਹ ਕੇਵਲ ਖੁਸ਼ੀ ਦਾ ਸਾਧਨ ਤੇ ਹੋ ਸਕਦੇ ਹੈ, ਪਰ ਖੁਸ਼ੀ ਨਹੀਂ ਹੋ ਸਕਦੀ। ਇਹ ਚੀਜ਼ਾਂ ਕੇਵਲ ਖੁਸ਼ੀ ਦਾ ਸਾਧਨ ਹੋ ਸਕਦੇ ਹੈ, ਪਰ ਖੁਸ਼ੀ ਨਹੀਂ। ਖੁਸ਼ੀ ਸਾਡੇ ਅੰਦਰ ਦਾ ਇੱਕ, ਸਾਡੇ ਅੰਦਰ ਦੀ ਇੱਕ ਕਲਾ ਹੈ, ਸਾਡੇ ਅੰਦਰ ਦਾ ਇੱਕ ਟੈਲੈਂਟ ਹੈ। ਕੋਈ ਮਨੁੱਖ ਨੰਗਾ ਭੁੱਖਾ ਰਹਿ ਕੇ ਵੀ ਖੁਸ਼ ਰਹਿੰਦਾ, ਖਿੜਿਆ ਰਹਿੰਦਾ, ਹੱਸਦਾ ਰਹਿੰਦਾ, ਤੇ ਕੋਈ ਮਨੁੱਖ ਰੱਜਿਆ ਪੁੱਜਿਆ ਹੁੰਦਾ ਹੈ ਤੇ ਅੱਗੇ ਫੇਰ ਰੱਜਣ ਪੁੱਜਣ ਦੇ ਲਈ ਤਿਆਰ ਹੁੰਦਾ ਹੈ, ਉਸਦੇ ਕੋਲ ਸਾਰਾ ਕੁਝ ਹੁੰਦਾ ਹੈ, ਪਰ ਉਹ ਕਦੇ ਹੱਸਦਾ ਨਹੀਂ ਹੈ, ਦੁਖੀ ਰਹਿੰਦਾ, ਚਿੰਤਾ ਦੇ ਵਿੱਚ ਰਹਿੰਦਾ, ਦੁਖੀ ਰਹਿੰਦਾ, ਗੁੱਸੇ ਦੇ ਵਿੱਚ ਭਰਿਆ ਰਹਿੰਦਾ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਖੁਸ਼ੀ ਅਸੀਂ ਚੀਜ਼ਾਂ ਦੇ ਵਿੱਚੋਂ ਲੱਭਦੇ ਹਾਂ, ਉਹ ਚੀਜ਼ਾਂ ਦੇ ਵਿੱਚੋਂ ਨਹੀਂ, ਸਾਡੇ ਆਪਣੇ ਅੰਦਰੋਂ ਮਿਲਦੀ ਹੈ। ਤੇ ਜਿਸ ਨੇ ਜ਼ਿੰਦਗੀ ਦੇ ਇਸ ਗੁੱਝੇ ਭੇਦ ਨੂੰ ਸਮਝ ਲਿਆ, ਸਤਿਗੁਰੂ ਜੀ ਸਮਝਾ ਰਹੇ, ਉਹ ਇਹਨਾਂ ਮਾਇਕ ਪਦਾਰਥਾਂ ਦੇ ਵਿੱਚੋਂ ਮੁਕਤ ਹੋ ਜਾਂਦਾ ਹੈ। ਉਹਨਾਂ ਨੇ ਇਹ ਮੁਕਤੀ ਦਾ ਪਦਾਰਥ, ਮੁਕਤੀ ਦਾ ਦੁਆਰ ਪ੍ਰਾਪਤ ਕਰ ਲਿਆ। ਮਨ ਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਪਹੁੰਚਲ ਸੰਸਾਰ। ਸਾਬੇ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਗੁਰੂ ਪਿਆਰਿਓ, ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੈ, ਤੇ ਜਦੋਂ ਵੀ ਸੱਚ ਨੂੰ ਸਮਝਣਾ ਹੈ ਤੇ ਸਾਨੂੰ ਝੂਠ ਦੇ ਬਾਰੇ ਵੀ ਉਨਾ ਹੀ ਪਤਾ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ, ਜਾਣਕਾਰੀ ਹੋਣੀ ਚਾਹੀਦੀ। ਜਾਣਕਾਰੀ ਹੋਣ ਦਾ ਮਤਲਬ ਨਹੀਂ, ਇਹ ਨਹੀਂ ਹੈ ਕਿ ਅਸੀਂ ਉਸ ਨੂੰ ਜ਼ਿੰਦਗੀ 'ਚ ਅਪਣਾ ਲੈਣਾ, ਪਰ ਜਾਣਕਾਰੀ ਹੋਣੀ ਚਾਹੀਦੀ, ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਖਾਣ ਲੱਗੇ ਇਸ ਦੇ ਨਾਲ ਸਾਨੂੰ ਕੀ ਫਾਇਦਾ ਹੈ, ਕੀ ਨੁਕਸਾਨ ਹੈ। ਹਰ ਚੀਜ਼ ਦੇ ਵਿੱਚੋਂ, ਜਿਹੜੀ ਚੀਜ਼ ਦੇ ਵਿੱਚੋਂ ਫਾਇਦਾ ਮਿਲੇਗਾ, ਉਸ ਚੀਜ਼ ਦੇ ਵਿੱਚੋਂ ਨੁਕਸਾਨ ਵੀ ਉਨਾ ਹੀ ਆਵੇਗਾ, ਉਸ ਚੀਜ਼ ਦੇ ਵਿੱਚੋਂ ਨੁਕਸਾਨ ਵੀ ਸਾਨੂੰ ਉਨਾ ਹੀ ਹੈ। ਕੋਈ ਵੀ ਚੀਜ਼ ਹੈ, ਸਤਿਗੁਰੂ ਜੀ ਬਾਣੀ ਦੇ ਵਿੱਚ ਸਮਝਾਉਂਦੇ ਹੈ, ਵਿਖਿਆ ਅੰਮ੍ਰਿਤ ਏਕ ਹੈ। ਵਿਖਿਆ ਅੰਮ੍ਰਿਤ ਏਕ ਹੈ, ਭਾਵ ਇੱਕੇ ਚੀਜ਼ ਨੂੰ ਸਾਡੇ ਵਰਤਨ ਤੇ ਹੈ, ਅਸੀਂ ਉਸ ਨੂੰ ਅੰਮ੍ਰਿਤ ਬਣਾਉਣੇ ਹੈ ਕਿ ਜਾਂ ਅਸੀਂ ਉਸ ਨੂੰ ਜ਼ਹਿਰ ਵਾਂਗ ਬਣਾ ਕੇ ਵਰਤੀ ਜਾਂਦੇ, ਉਹੀ ਚੀਜ਼ ਜ਼ਿੰਦਗੀ 'ਚ ਜ਼ਹਿਰ ਬਣ ਜਾਂਦੀ ਹੈ। ਸਤਿਗੁਰੂ ਜੀ ਸਮਝਾ ਰਹੇ ਆ, ਵਿਖਿਆ ਅੰਮ੍ਰਿਤ ਏਕ ਹੈ। ਸਾਡੇ ਦੋਨਾਂ ਤਰ੍ਹਾਂ ਦੇ ਸਮਾਜ ਦੇ ਵਿੱਚ ਲੋਕ ਨੇ,
और दोनों तरह के बारे, दोनों गुणों के बारे, चंगे ते माड़े गुणों के बारे जानकारी का होना बड़ा जरूरी है। जानकारी है तां ही असीं सावधान हो सकते हैं। इसे करके सतगुरु जी सानू हरेक शब्द दे विच जिहड़े अपनी मन की मर्जी दे करके, जिहड़े अपने स्वार्थ नूं पूरियां करन दे करके दूसरियां दे हितां ते कब्जा कर लैंदे ने, दूसरियां दे हितां दा नाश कर दिंदे ने, उन्हां दा किस तरह नाश हुंदा है, वो किस तरह दुखी रहिंदे आ, सतगुरु जी उन्हां दे हालात नूं भी नाल ही बयान करदे। जदों भी आपां गुरमुखां दी गल करांगे ते उसे शब्द दे विच जां उस दे नेड़ले शब्द दे विच सतगुरु जी ने मनमुखां दी गल भी नाल ही कीती होगी। इत्थे सतगुरु जी समझा रहे हैं, पहला गुरमुखां दी गल चल रही सी, जिहड़े गुरु दे सन्मुख हो जाते हैं वो सदा खुश रहिंदे हैं, जिंदगी दे विच मुक्ति हासिल कर लैंदे हैं। दुनियावी पदार्थां नूं केवल ते केवल लोड़ लई वरतदे हैं, लोड़ तो वध उन्हां दी जिंदगी दे विच इन्हां पदार्थां दी कोई अहमियत नहीं रहिंदी, वो मुक्त हो जाते हैं, आजाद हो जाते हैं, हर किसी चीज दे विच रहिंदियां होइयां आजाद हो जाते हैं। सतगुरु जी समझा रहे कि जिहड़े मनुख अपनी मन दी मर्जियां करते हैं, मन नूं लगता है कि मैं मठियाई खा रहा, बड़ा स्वाद आ रहा, बड़ी खुशी मिल रही है, मन नूं ये गल लगी ते जिन्ना चिर मठियाई मिलती रही लगातार खाता रहा, लगातार खाता रहा, मन की मर्जी करता रहा, मन की मर्जी करता रहा। हुण गुरु की मर्जी तो यह है नहीं, गुरु ने तो सानू समझा दिता कि हर चीज दे विचों अमृत भी है ते जहर भी है, हर चीज दे विचों अमृत भी मिलना है, जहर भी मिलना है। पर जिहड़ा मन की मर्जी दे लगन वाला है, जिसनों लग्या कि बड़ा स्वाद आ रहा, एक होर खा लवां, दो होर खा लवां, वो खाता रहा, शुगर करा के बह गया, शुगर करा के बह गया। सतगुरु जी समझा रहे इसे तरह जिहड़ा बंदा अपनी मन की मर्जी करता है, जिहड़ा बंदा अपने मन दे मुख होके मन की मर्जी करता है, परमात्मा दे हुक्म नूं नहीं जानदा, उसकी जिंदगी की हालत किते ना किते जाके इस तरह की बन जाती है, जिस तरह के विचार आपां करते हैं कि भाई जिहड़ा पापी मनुख है उस नूं एक दिन जम बहुत बुरे तरीके दे नाल जाल दे विच फसा के ते मार दे, संगलां दे नाल बन के मारदे ने। सतगुरु जी समझा रहे उसे तरह वो इसे जीवन दे विच जिउंदियां होइयां ही माया दे संगलां दे विच बचा होया, चिंता दे विच, क्रोध दे विच, हंकार दे विच अपने अंदर दे साध गुणां नूं साड़ी जा रहा है, अपने अंदर दे चंगे कामां नूं साड़ी जा रहा है, गवाई जा रहा है। गुरमुख जिनी आराध्या तिनी तरिया पहुंचल संसार। पर जिसने गुरु दे सन्मुख होके अकाल पुरख नूं आराध्या है, अकाल पुरख दे गुणां दी विचार कीती है, वो इस संसार दे भवजल तो, संसार रूप समुंदर तो तर जाता है, पार चले जाता है, भाव मुक्त हो जाता है। सतगुरु जी आखिरी तुकां दे विच समझा रहे हैं, सब औगण गुणी मिटाया गुरे आपे बख्शण हार। विचार चलती है जितों कि सानू परमात्मा के गुणां की विचार करनी चाहिए है और लगातार करते रहना चाहिए, जिसके नाल असी मायक पदार्थों तो रहत हो जाते हैं, मायक पदार्थों के बंधनों तो आजाद हो जाते हैं, आजाद हो जाते हैं। मायक पदार्थों तो आजाद होने का भाव ये नहीं है कि सारा कुछ छड्ड ही देना है। जिहड़े सारा कुछ छड्ड के संसार तो बाकी होके जंगलों के विच जाते हैं, पहाड़ों के विच जाते हैं, सतगुरु जी उन्होंने भी बार-बार समझाते हैं कि ऐ जोगियो तुसीं आ किहड़ा काम फड़ लिया, तुसीं माया तो ते मुक्त होण लगे सी, माया तो मुक्त होण लगे सी, तुहाडा इरादा सी मैं काम तो मुक्त हो जावांगा, क्रोध मोह हंकार तो मुक्त हो जावांगा, तुहाडे मन दा इह इरादा सी ते तुसीं सोचिया कि संसार दे विच सारीआं चीज़ां ने ते असीं संसार नूं छड्ड के किते दूर चले जाइए, समाज चों बाहर रहण लग जाइए ते इह चीज़ां साडे कोल नहीं आउणगीआं। पर सोच के देखो ऐ जोगीओ, जदों तुसीं जोगी बणे तुहाडे नाल दी नाल तुहाडे अंदर हंकार आ गया कि जो कुछ मेरे कोल है समाज दे विच किथे है, हंकार दे नाल ही लई फिरदे जे, हंकार ते अजे भी चुੱਟੀ फिरदे जे, विषय विकार तुहाडे कोल उदां दे उदां ने, फिर जोगी बनन दा की फायदा होया, फिर तुहानू समाज घर बार छड्डण दा की फायदा होया। सतगुरु जी गुरबाणी दा सिद्धांत सिੱਖ नूं जो समझाउंदे है वो ये है कि घर परिवार दे विच रहिंदियां होइयां माया दे विच रहिंदियां होइयां भी माया तो मुक्त रहना, माया दे विच रहिंदियां होइयां भी माया तो मुक्त रहना है। मिठा खाना भी है ते खाना भी उन्ना ही है जिन्नी लोड़ है, जिन्नी शरीर नूं लोड़ है खाना भी है ते खाना भी उन्ना है। उस तो बाद मतलब है हाथ दूसरी चीज नूं पै जावे, इस नूं कहंदे आ मुक्ति।
ਅੰਜਣ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਇਸ ਦੁਨੀਆ ਰੂਪੀ ਸਵਾਦ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਸ ਸਵਾਦ ਤੋਂ ਨਿਰਲੇਪ ਰਹਿਣਾ। ਸਤਿਗੁਰੂ ਜੀ ਜੋ ਸ਼ਬਦ ਦਾ ਵਿਸ਼ਾ ਦੱਸ ਰਹੇ ਹੈ ਕਿ हे ਭਗਤੋ, ਉਸ ਅਕਾਲ ਪੁਰਖ ਨੂੰ ਲਗਾਤਾਰ ਸਲਾਹੁਣਾ ਕਰੋ, ਗੁਣਾਂ ਨੂੰ ਆਪਣੇ ਅੰਦਰ ਧਾਰਨਾ ਕਰੋ, ਜਿਸ ਦੇ ਨਾਲ ਤੁਸੀਂ ਇਹਨਾਂ ਵਿਸ਼ੇ ਵਿਕਾਰਾਂ ਦੇ ਸਮੁੰਦਰ ਤੋਂ ਤਰ ਜਾਵੋਗੇ, ਭਾਵ ਇਹਨਾਂ ਮਾਇਕ ਪਦਾਰਥਾਂ ਤੋਂ ਆਜ਼ਾਦ ਹੋ ਜਾਵੋਗੇ। ਸਤਿਗੁਰੂ ਜੀ ਇਹਨਾਂ ਤੁਕਾਂ ਦੇ ਵਿੱਚ ਸਮਝਾ ਰਹੇ, ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਉਹਨਾਂ ਦੇ ਅੰਦਰ ਦੇ ਸਾਰੇ ਜਿਹੜੇ ਭੈੜੇ ਗੁਣ ਸੀ, ਔਗਣ ਸੀ, ਉਹ ਸਾਰੇ ਚੰਗੇ ਗੁਣਾਂ ਨੇ ਮਿਟਾ ਦਿੱਤੇ। ਸਾਬੇ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣ ਹਾਰ। ਗੁਰੂ ਇਹ ਬਖਸ਼ਿਸ਼ ਕਰਦਾ ਹੈ, ਗੁਰੂ ਇਹ ਕਿਰਪਾ ਕਰਦਾ ਹੈ। ਗੁਰੂ ਪਿਆਰਿਓ, 18ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਡੇ ਜੀਵਨ ਦੇ ਵਿੱਚ ਗੁਰਬਾਣੀ ਵਸ ਜਾਵੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਪੋਥੀਆਂ ਜ਼ਰੂਰ ਨਾਲ ਲੈ ਕੇ ਬੈਠਿਆ ਕਰੀਏ। ਇਸ ਦਾ ਘੱਟੋ ਘੱਟ ਇੰਨਾ ਕੁ ਫਾਇਦਾ ਤੇ ਜ਼ਰੂਰ ਹੋਵੇਗਾ ਕਿ ਜਿਹੜੀ ਪੌੜੀ ਦੀ ਆਪਾਂ ਹਰ ਸ਼ਨੀਵਾਰ ਵਿਚਾਰ ਕਰਨੀ ਹੁੰਦੀ ਹੈ, ਉਸ ਦਾ ਜਾਪ ਆਪਾਂ ਸਾਰੇ ਅਖੀਰ ਤੇ ਰਲ ਕੇ ਕਰ ਲਿਆ ਕਰਾਂਗੇ। ਘੱਟੋ ਘੱਟ ਇੱਕ ਵਾਰ ਜਾਪ ਤੇ ਆਪਾਂ ਸਾਰੇ ਕਰ ਹੀ ਲਵਾਂਗੇ। ਘੱਟੋ ਘੱਟ ਇੱਕ ਵਾਰ 3 ਸ਼ਬਦ ਤੇ ਹਰੇਕ ਪੌੜੀ ਦੇ ਵਿੱਚ ਹੁੰਦੇ ਹੀ, 2 ਸ਼ਲੋਕ ਹੁੰਦੇ ਆ, ਇੱਕ ਪੌੜੀ ਹੁੰਦੀ, 3 ਸ਼ਬਦ ਤੇ ਹੁੰਦੇ ਹੀ ਹੈ। ਤੇ 3 ਸ਼ਬਦਾਂ ਦਾ ਜਾਪ ਅਸੀਂ ਹਰ ਸ਼ਨੀਵਾਰ ਕਰਾਂਗੇ। ਕੁਝ ਨਾ ਕੁਝ ਤੇ ਸਾਨੂੰ ਸਮਝ ਦੇ ਵਿੱਚ ਆਵੇਗਾ, ਕੁਝ ਨਾ ਕੁਝ ਪੜ੍ਹਨ ਦੇ ਲਈ, ਸਿੱਖਣ ਦੇ ਲਈ ਮਿਲੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਪੋਥੀ ਸਾਹਿਬ ਨਾਲ ਲੈ ਕੇ ਬੈਠਣ ਦੀ ਕਿਰਪਾਲਤਾ ਕਰਿਆ ਕਰੋ। ਸ਼ਬਦ ਦੀ ਵਿਚਾਰ ਤੋਂ ਬਾਅਦ ਸਮਾਪਤੀ ਤੋਂ ਪਹਿਲਾਂ ਆਪਾਂ ਉਸ ਪੌੜੀ ਤੇ ਸਾਰੇ ਸ਼ਲੋਕਾਂ ਦਾ ਜਾਪ ਸਾਰਿਆਂ ਨੇ ਰਲ ਕੇ ਕਰਿਆ ਕਰਨਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਜੀਵਨ ਦੇ ਵਿੱਚ ਗੁਰਬਾਣੀ ਵਸ ਜਾਵੇ। ਆਓ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਉਪਰੰਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ। ਸਤਿਗੁਰੂ ਜੀ ਕਿਰਪਾ ਕਰਨ ਅਸੀਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਤੇ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਣ ਜੋਗੇ ਹੋ ਸਕੀਏ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਵੋ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ। ਕਹੈ ਨਾਨਕ ਮਨ ਤੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋਭਾ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਜੀ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ। ਨਾਮ ਹਰ ਕੇ ਲਾਗੇ। ਕਹੈ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ। ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ। ਰੇ ਸਗਲ ਵਿਸੂਰੇ। ਦੁਖ ਰੋਗ ਸੰਤ
ਸੰਤਾਪੇ ਉਤਰੇ। ਸਚੀ ਬਾਣੀ ਸੰਤ ਸਾਜਣ ਭਏ ਸਰਸੇ। ਸੁਣਤੇ ਪੁਨੀਤ ਕਹਤੇ ਪਵਿੱਤ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ